ਗੁਰ ਚਰਨ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਆਂਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ। ਵਾਹ ਵਾਹ ਸਾਚੇ ਮੈਂ ਤੇਰੀ ਟੇਕਾ ਹਉ ਪਾਪੀ ਤੂੰ ਨਿਰਮਲ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ। ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ
ਹਉ ਪਾਪੀ ਤੂੰ ਨਿਰਮਲ ਏਕ ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਇੱਕ ਆਪਾਂ ਸ਼ਬਦ ਕੱਲ ਸਰਵਣ ਕੀਤਾ ਸੀ, ਇੱਕ ਅੱਜ ਸਰਵਣ ਕੀਤਾ। ਇਹਨਾਂ ਬਚਨਾਂ ਦੀ ਉਥਾਨਕਾ ਮੁਤਾਬਕ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਸੰਗਤਾਂ ਬੈਠੀਆਂ ਅਤੇ ਇੱਕ ਦਾਸਾ ਨਾਮ ਦਾ ਭੱਟ ਬੈਠਾ। ਜਿਸ ਤਰ੍ਹਾਂ ਭੱਟਾਂ ਦੇ ਸਵਈਏ ਗੁਰਬਾਣੀ ਵਿੱਚ ਹਨ, ਇਹ ਭੱਟ ਪਰਮੇਸ਼ਰ ਦੇ ਖੋਜੀ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਲੇ ਜਦੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਪਹੁੰਚਦੇ ਹੈ ਤੇ ਉਹਨਾਂ ਦੇ ਕੋਲੋਂ ਪਰਮੇਸ਼ਰ ਦੀ ਗੱਲ ਪੁੱਛਦੇ ਆ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਗਿਆਨ ਬਖਸ਼ਿਸ਼ ਕੀਤਾ। ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਤੇ ਉਹਨਾਂ ਦਾ ਮੁਖੀ ਕਹਿ ਰਿਹਾ ਕਿ ਸਾਨੂੰ ਸਾਲ ਭਰ ਹੋ ਗਿਆ ਭਟਕਦਿਆਂ ਨੂੰ, ਕੋਈ ਤੁਹਾਡੇ ਵਰਗਾ ਗਿਆਨ ਦਾਤਾ ਨਹੀਂ ਸੀ ਮਿਲਿਆ। ਕੀ ਲਿਖਦਾ ਭੱਟ ਸਵਈਆਂ ਵਿੱਚ? ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸਾਨੂੰ ਕੋਈ ਤਸੱਲੀ ਜੀ ਨਹੀਂ ਹੁੰਦੀ ਸੀਗੀ, ਬੜੇ ਲੋਕਾਂ ਕੋਲੇ ਗਏ, ਪਰ ਜੋ ਗੁਰੂ ਅਰਜਨ ਦੇਵ ਜੀ ਤੁਸੀਂ ਕਿਰਪਾ ਕੀਤੀ ਨਾ, ਇਹੋ ਜਿਹਾ ਗਿਆਨ ਪਹਿਲਾਂ ਨਹੀਂ ਮਿਲਿਆ। ਇਸੇ ਤਰ੍ਹਾਂ ਹੀ ਕੋਈ ਪਹਿਲਾਂ ਵੀ ਭੱਟ ਹੋਇਆ ਜਿਸ ਦਾ ਨਾਮ ਦਾਸਾ ਹੈ। ਇਹ ਦਾਸਾ ਭੱਟ ਧੰਨ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਆਉਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਮਹਾਰਾਜ, ਇਹ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਕਿਉਂ ਬੰਧਨਾਂ 'ਚ ਪੈ ਗਿਆ, ਕਿਵੇਂ ਉਸ ਅਵਿਨਾਸ਼ੀ ਪਰਮੇਸ਼ਰ ਵਿੱਚ ਮਿਲ ਸਕਦਾ, ਸਾਨੂੰ ਦੱਸਣਾ ਕਰੋ। ਤਾਂ ਕੱਲ੍ਹ ਆਪਾਂ ਲਗਭਗ 2 ਪਦੇ ਸਰਵਣ ਕੀਤੇ ਸੀ। ਕੱਲ੍ਹ ਵਾਲੇ ਸ਼ਬਦ ਦੇ ਉਹਦੇ 2 ਪਦੇ ਬਾਕੀ ਆ, ਅਗਲਾ ਸ਼ਬਦ ਵੀ ਇਹਦੇ ਨਾਲ ਹੀ ਜੁੜਦਾ ਹੈ। ਆਓ ਪਹਿਲਾਂ ਉਹ 2 ਪਦੇ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਤੇ ਉਸ ਦਾਸ ਨੂੰ ਸੰਬੋਧਨ ਕਰਕੇ, ਉਸ ਭੱਟ ਨੂੰ ਸੰਬੋਧਨ ਕਰਕੇ ਕੀ ਬਖਸ਼ਿਸ਼ ਕਰਦੇ ਆ। ਕੱਲ ਕਹਿ ਰਹੇ ਸੀ ਕਿ ਮਨੁੱਖ ਦੁਖੀ ਆ, ਜਿਵੇਂ ਪੰਛੀ ਦਰਖਤ 'ਤੇ ਬੈਠਦੇ ਆ, ਤੜਕੇ ਚੋਗੇ ਨੂੰ ਚੱਲ ਪੈਂਦੇ ਆ, ਕਈ ਵਾਰੀ ਐਸਾ ਹਨੇਰੀ ਝੱਖੜ ਆਉਂਦਾ ਹੈ ਉਹ ਪੰਛੀ ਮਾਰੇ ਵੀ ਜਾਂਦੇ ਆ। ਇਹ ਬੰਦਾ ਵੀ ਭਾਵੇਂ ਘਰੋਂ ਨਿਕਲਦਾ ਰੋਜੀ ਕਮਾਉਣ ਵਾਸਤੇ ਆ, ਪਰ ਕਈ ਵਾਰੀ ਦੁਰਘਟਨਾ ਵਿੱਚ ਚਲਿਆ ਵੀ ਜਾਂਦਾ। ਪਰ ਮਨੁੱਖ ਦਾ ਖਿਆਲ ਜਿਹੜਾ ਹੈ ਉਹ ਆਪਣੇ ਰੋਜੀ 'ਤੇ ਹੁੰਦਾ। ਰੋਜੀ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਕਿੰਨੇ ਸੁੱਖ ਦੁੱਖ ਭੋਗਦਾ, ਕਿੰਨੀਆਂ ਵੱਡੇ ਲੋਕਾਂ ਦੀਆਂ ਲੇਲੜੀਆਂ ਵੀ ਕਰਨੀਆਂ ਪੈਂਦੀਆਂ, ਮਿੰਨਤਾਂ ਕਰਨੀਆਂ ਪੈਂਦੀਆਂ ਰੋਜੀ ਵਾਸਤੇ। ਸਿਰਫ ਜਿਵੇਂ ਪੰਛੀ ਸਾਰੀ ਰਾਤ ਬੈਠੇ ਰਹਿੰਦੇ ਆ, ਦਿਨ ਚੜ੍ਹਦੇ ਨੂੰ ਵੇਖ ਕੇ ਤੱਕਦੇ ਆ ਆਕਾਸ਼ ਵੱਲ ਵੀ ਹੁਣ ਜਾਵਾਂਗੇ, ਉਡਾਰੀ ਮਾਰਾਂਗੇ, ਕਿਤੋਂ ਚੋਗਾ ਖਾਵਾਂਗੇ। ਸਾਜ ਬਿਹਾਗ ਸੁਬਹ ਸ਼ਾਮ ਉਹ ਆਕਾਸ਼ਾਂ ਵੱਲ ਤੱਕਦੇ ਆ। ਮਨੁੱਖ ਵੀ ਰੋਜੀ ਵਾਸਤੇ ਤੜਕੇ ਤੋਂ ਸ਼ਾਮਾਂ ਤੱਕ, ਮੇਰਾ ਖਿਆਲ ਹੈ 24 ਘੰਟਿਆਂ 'ਚੋਂ ਲਗਭਗ 18-19 ਘੰਟੇ ਬੰਦਾ ਰੋਜੀ ਦੇ ਉੱਤੇ ਹੀ ਲੱਗਿਆ ਰਹਿੰਦਾ ਹੈ। ਬਾਹਰਲੇ ਦੇਸ਼ਾਂ ਵਿੱਚ ਤਾਂ ਬੰਦਾ ਮਸ਼ੀਨ ਹੀ ਬਣ ਚੁੱਕਿਆ। ਮਾਇਆ ਦੇ ਲਾਲਚ ਦੇ ਵਿੱਚ ਗੁਰੂ ਪਿਆਰੋ ਡਬਲ ਸ਼ਿਫਟਾਂ ਲਾ ਕੇ, ਡਬਲ ਨੌਕਰੀਆਂ ਕਰਕੇ, ਦਹਿ ਦਿਸ ਧਾਵੈ ਕਰਮ ਲਿਖਿਆਸ, ਜਿਵੇਂ ਇਹਦੇ ਭਾਗਾਂ ਵਿੱਚ ਲਿਖਿਆ ਜਿੱਥੇ ਦਾਣਾ ਪਾਣੀ ਬੰਦੇ ਨੂੰ ਉੱਥੇ ਲੈ ਜਾਂਦਾ। ਦਹਿ ਦਿਸ ਦਸ਼ਾ ਦਿਸ਼ਾਵਾਂ ਦੇ ਵਿੱਚ ਜਿਵੇਂ ਪੰਛੀ ਜਾਂਦੇ ਆ ਚੋਗਾ ਚੁਗਣ ਵਾਸਤੇ, ਪਰ ਪੰਛੀ ਮਨੁੱਖ ਨਾਲੋਂ ਹਜੇ ਠੀਕ ਆ। ਉਹ ਸਬਰ ਸੰਦੋਖ 'ਤੇ ਤਾਂ ਖੜ੍ਹ ਜਾਂਦੇ ਆ, ਰੱਬ ਨੂੰ ਯਾਦ ਤਾਂ ਕਰਦੇ ਆ। ਕੱਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਪਾਸ, ਉਹ ਰੋੜ ਖਾਂਦੇ। ਕਈ ਜਾਨਵਰ ਰੋੜ ਵੀ ਖਾਂਦੇ ਆ। ਦਾਣਿਆਂ ਨੂੰ ਵੀ ਰੋੜ ਕਿਹਾ, ਮੱਕੀ ਦੇ ਸਖਤ ਦਾਣਿਆਂ ਨੂੰ ਲੂਣੀਆਂ ਰੋੜ ਕਹਿੰਦੀ ਹੈ। ਉਹ ਜਾਨਵਰ, ਉਹ ਪੰਛੀ ਦਾਣੇ ਚੁਗਦੇ ਹੋਏ ਕਲਰਾਂ 'ਚੋਂ ਧਰਤੀ ਤੋਂ
ਰੱਬ ਨੂੰ ਯਾਦ ਕਰਦੇ ਆ, ਪਰ ਬੰਦਾ ਇੱਕੋ ਪੈਰ ਤੇ ਹੋ ਗਿਆ। ਕਲਯੁਗ ਦਾ ਭਿਆਨਕ ਸਮਾਂ ਤੇ 3 ਲੱਤਾਂ ਮਾਨੋ ਕਲਯੁਗ ਦੇ ਤਾਕਤ ਦੀਆਂ ਟੁੱਟ ਗਈਆਂ, ਇੱਕੋ ਹੀ ਰਹਿ ਗਈ ਮਾਇਆ 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 ਮਾਇਆ। ਤੋ ਇਸ ਤਰ੍ਹਾਂ ਇਹ ਭੱਜ ਦੌੜ ਦੇ ਵਿੱਚ ਇੰਨਾ ਉਲਝ ਗਿਆ, ਇੰਨਾ ਉਲਝ ਗਿਆ ਕਿ ਕਈ ਵਾਰੀ ਜਿਵੇਂ ਪੰਛੀ ਝੱਖੜ ਵਿੱਚ ਮਾਰੇ ਜਾਂਦੇ ਆ, ਮੀਂਹ ਹਨੇਰੀ ਵਿੱਚ ਮਾਰੇ ਜਾਂਦੇ ਆ, ਉਸੇ ਤਰ੍ਹਾਂ ਇਹ ਮਨੁੱਖ ਵੀ ਰੋਜੀ ਨੂੰ ਕਮਾਉਂਦਾ ਕਮਾਉਂਦਾ ਖਤਮ ਹੋ ਜਾਂਦਾ ਹੈ, ਪਰ ਰੱਬ ਚੇਤੇ ਨਹੀਂ ਆਉਂਦਾ। ਇਸ ਦੇ ਕੋ ਸਤਨਾਮ ਸ੍ਰੀ ਰੱਬ ਯਾਦ ਨਹੀਂ ਆਉਂਦਾ। ਦਹਿ ਦਿਸ ਧਾਵੈ ਕਰਮ ਲਿਖਿਆਸ, ਆਪਣੇ ਕਰਮਾਂ ਨੂੰ ਕਮਾਉਂਦਾ, ਚੰਗੇ ਮਾੜੇ ਕਰਮਾਂ ਨੂੰ ਆਪਣੀ ਸੁਰਤੀ ਦੀ ਫੱਟੀ ਤੇ ਲਿਖਦਾ, ਸੁਰਤੀ ਦੀ ਕਿਤਾਬ ਤੇ ਲਿਖਦਾ ਹੋਇਆ ਤੁਰਿਆ ਜਾ ਰਿਹਾ। ਅਖੀਰ ਖਤਮ ਹੋ ਜਾਂਦਾ ਹੈ। ਦਸ ਮੈਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਤਾਂ ਦਾਸ ਸਾਹਿਬ ਭੱਟ ਨੇ ਕਿਹਾ, ਫਿਰ ਮਹਾਰਾਜ ਬੰਦਾ ਕੀ ਕਰੇ, ਫਿਰ ਕਿਹੋ ਜਿਹਾ ਜੀਵਨ ਬਤੀਤ ਕਰੇ, ਰੋਜੀ ਵੀ ਤਾਂ ਕਮਾਉਣੀ ਆ। ਸਵਾਲ ਚੋਂ ਜਵਾਬ ਤੇ ਜਵਾਬ ਚੋਂ ਫਿਰ ਸਵਾਲ ਨਿਕਲ ਆਉਂਦਾ। ਦਾਸ ਸਾਹਿਬ ਭੱਟ ਕਹਿੰਦਾ ਫਿਰ ਕਿਵੇਂ ਕਰੇ, ਕਹਿੰਦੇ ਫਿਰ ਇਉਂ ਕਰ ਲੈ। ਕਿਵੇਂ ਮਹਾਰਾਜ, ਜਿਵੇਂ ਗਵਾਲੇ ਕਰਦੇ ਆ। ਜਦੋਂ ਗਵਾਲੇ ਆਪਣੇ ਪਸ਼ੂਆਂ ਨੂੰ ਲੈ ਕੇ ਘਰੋਂ ਨਿਕਲ ਪੈਂਦੇ ਆ, ਵਾਗੜ ਦੇ ਲੋਕ ਗਾਵਾਂ ਦੇ ਇਕੱਠ, ਗਾਵਾਂ ਦੇ ਵੱਗ ਲੈ ਕੇ ਤੁਰਦੇ ਆ ਪਸ਼ੂਆਂ ਦੇ, ਔਰ ਉਹਨਾਂ ਦੀ ਰੋਜੀ ਉਹਨਾਂ ਪਸ਼ੂਆਂ 'ਤੇ ਹੀ ਆ। ਪਸ਼ੂਆਂ ਨੂੰ ਚਾਰਦੇ ਰਹਿੰਦੇ ਆ, ਪਾਲਦੇ ਰਹਿੰਦੇ ਆ, ਚਮਾਸੇ ਵਿੱਚ ਕਿਤੇ ਰੁਕ ਜਾਂਦੇ ਆ, ਝੌਂਪੜੀ ਪਾ ਲੈਂਦੇ ਆ ਛੋਟੀ ਮੋਟੀ, ਪਸ਼ੂਆਂ ਦੇ ਦੁੱਧ ਨੂੰ ਪ੍ਰਾਪਤ ਕਰਦੇ ਆ, ਉਹਦਾ ਘਿਓ ਮੱਖਣੀ ਬਣਾਉਂਦੇ ਆ, ਰੋਜੀ ਵਾਸਤੇ ਵੇਚ ਦਿੰਦੇ ਆ, ਕੁਛ ਰੱਖ ਲੈਂਦੇ ਆ। ਪਰ ਜਦੋਂ ਚਮਾਸਾ ਨਿਕਲ ਜਾਂਦਾ ਹੈ ਤੇ ਉਹ ਗਵਾਲੇ ਉੱਥੋਂ ਆਪਣਾ ਘਿਓ ਦੁੱਧ ਜੋ ਬਚਿਆ ਉਹਨਾਂ ਦੇ ਕੋਲੇ ਘਿਓ ਆਦਿ ਉਹਨੂੰ ਲੈ ਕੇ ਚੱਲ ਪੈਂਦੇ ਆ, ਪਰ ਉਹ ਛਪਰੀ ਉਹਨਾਂ ਦੀ ਉੱਥੇ ਹੀ ਰਹਿ ਜਾਂਦੀ ਹੈ। ਛਪਰੀ ਦਾ ਖਿਆਲ ਨਹੀਂ ਕਰਦੇ, ਉਹ ਕੇਵਲ ਟਾਈਮ ਟਪਾਉਂਦੇ ਆ ਛਪਰੀ ਦੇ ਵਿੱਚ। ਛਪਰੀ ਉੱਥੇ ਹੀ ਖਤਮ ਹੋ ਜਾਂਦੀ ਆ। ਉਹ ਘਿਓ ਵਾਲੇ ਦੁੱਧ ਵਾਲੇ ਮਟਕੇ ਜੋ ਘੜੇ ਘੁੜੇ ਲਏ ਹੁੰਦੇ ਆ ਉੱਥੇ ਹੀ ਰਹਿ ਜਾਂਦੇ ਆ। ਨਾਮ ਸੰਜੋਗੀ ਗੋਇਲ ਥਾਟ, ਮਨੁੱਖ ਇੱਦਾਂ ਜੀਵਨ ਬਤੀਤ ਕਰੇ ਜਿਵੇਂ ਉਹ ਗਵਾਲਾ ਆਪਣੇ ਘਿਓ ਨੂੰ ਤਾਂ ਲੈ ਗਿਆ, ਪਰ ਉਹ ਤੌੜੀਆਂ ਨੂੰ ਉੱਥੇ ਹੀ ਛੱਡ ਗਿਆ। ਛਪਰੀ ਵੀ ਉੱਥੇ ਹੀ ਛੱਡ ਗਿਆ, ਉਹਨੂੰ ਪਤਾ ਵੀ ਨਾਲ ਤਾਂ ਜਾਣ ਹੀ ਨਹੀਂ, ਅਸੀਂ ਪਤਾ ਨਹੀਂ ਕਿੱਥੇ ਕਿੱਥੇ ਜਾਣਾ। ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਅੰਦਰਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਘੜਿਆਂ ਨੂੰ ਭੰਨ ਦੇਵੇ, ਇਹਨਾਂ ਮਟਕੀਆਂ ਨੂੰ ਭੰਨ ਦੇਵੇ, ਕਾਮ ਕ੍ਰੋਧ ਫੂਟੈ ਵਿਖ ਮਾਟ, ਮਾਟ ਮੱਟ, ਮਟਕੀਆਂ ਮਤਲਬ ਤੌੜੇ ਰਿੜਕਣੇ। ਤੇ ਸਾਡੇ ਅੰਦਰ ਜਿਹੜੇ ਮੱਟ ਹਨ 5, ਉਹ ਕਾਮ ਵਾਸ਼ਨਾ ਦੇ, ਕ੍ਰੋਧ ਦੇ, ਲੋਭ ਮੋਹ ਹੰਕਾਰ ਦੇ ਹਨ। ਜਿਹੜਾ ਮਨੁੱਖ ਨਾਮ ਨਾਲ ਜੁੜ ਜਾਂਦਾ ਹੈ, ਨਾਮ ਸੰਜੋਗੀ। ਜੋਗ ਤਾਂ ਬਹੁਤ ਤਰ੍ਹਾਂ ਦੇ ਹੈ, ਜੋਗ ਤਾਂ ਬਲਦਾਂ ਦੀ ਵੀ ਹੈ, 2 ਬਲਦ ਜੋੜੇ ਹੈ। ਜੋਗ ਤਾਂ ਵਿਆਹ ਨੂੰ ਵੀ ਕਹਿੰਦੇ ਹਨ, ਬੱਚੇ ਦਾ ਜੋਗ ਬਣ ਗਿਆ, ਪਰ ਇੱਥੇ ਮੂਹਰੇ ਟਿੱਪੀ ਲਾਈ ਆ ਸੱਸੇ ਉੱਤੇ, ਚੰਗਾ ਜੋਗ। ਇਹ ਸਭ ਤੋਂ ਚੰਗਾ ਜੋਗ ਹੈ ਬਖਸ਼ੋ ਜੀ ਦਾਨਾ ਸਿਰਦਾਨ ਨਾਮਦਾਨ। ਇਹ ਸਭ ਤੋਂ ਵੱਡਾ ਸੰਜੋਗ ਹੈ, ਇਹਨੂੰ ਸੰਜੋਗ ਕਹਿੰਦੇ। ਪ੍ਰੀਤਮ ਜੀ ਕਹਿੰਦੇ ਨਾਮ ਸੰਜੋਗੀ ਗੋਇਲ ਥਾਟ, ਜਿਵੇਂ ਗਵਾਲੇ ਲੋਕ ਕੇਵਲ ਆਪਣੇ ਘਿਓ ਨੂੰ ਸੰਭਾਲਦੇ ਆ, ਮੁੜ ਕੇ ਨਾ ਉਹ ਛਪਰੀ ਦਾ ਕੋਈ ਸਮਾਨ ਚੱਕਦੇ ਆ, ਨਾ ਕੋਈ ਉਹ ਵਾਧੂ ਘੜੇ ਚੱਕਦੇ ਆ, ਉੱਥੇ ਫੁੱਟ ਜਾਂਦੇ ਆ, ਉੱਥੇ ਛੱਡ ਜਾਂਦੇ ਆ। ਜਿਹੜਾ ਨਾਮ ਜਪਣ ਵਾਲਾ ਗੁਰਮੁਖ ਹੈ, ਜਿਹਨੂੰ ਨਾਮ ਪ੍ਰਾਪਤ ਹੋ ਗਿਆ ਪਰਮੇਸ਼ਰ ਦੀ ਕਿਰਪਾ ਸਦਕਾ, ਉਹਨਾਂ ਨੇ ਵੀ ਆਪਣੀ ਮਟਕੀ ਭੰਨ ਦਿੱਤੀ ਹੈ ਕਾਮ ਦੀ। ਉਹਨਾਂ ਨੇ ਇਹਨਾਂ 5 ਵਿਕਾਰਾਂ ਨੂੰ ਭਾਵ ਛੱਡ ਦਿੱਤਾ ਹੈ, ਆਪਣੇ ਆਪ ਨੂੰ ਖਾਲੀ ਕਰ ਲਿਆ। ਗਵਾਲੇ ਦੀ ਨਿਆਈ ਭਾਵ ਅਸੀਂ ਆਪਣੇ ਆਪ ਨੂੰ ਇੱਕ ਰਾਹੀ ਸਮਝੀਏ, ਯਾਤਰੂ ਸਮਝੀਏ।
जिस वेले धन गुरु नानक देव जी एक मसीत में जाके बैठते हैं तो मौलाने कहते साडी मसीत है, पर वो कहते साडा मुकाम है। असी मकान कहने आ घर नूं, वो मुकाम कहते हैं कोई इतिहासक उन्हां दी मुसलमान मत की जिहड़ी जगह है उन्होंने मुकाम कहते हैं। तो बाबा नानक जी उत्थे जाके बैठ गए। उत्थे काजी मौलाने जो बैठे वो कहते तो साडा मुकाम है। बाबा जी कहते सोडा किहड़ा मुकाम है, बई सोडा कलियां दा मुकाम है, असीं बह सकते हैं। कहते नहीं नहीं तुसीं काफर हो, ये साडा मुकाम है। कहते फिर तुहाडे दादे कित्थे इत्थे रहण वाले? कहते वो तो मर गए। फिर मुकाम का है, फिर तो यात्रा समझो, सराह समझो। मुकाम तां पर जानी है जा रह निचल लोक दुनिया कैस मुकामे। ये दुनिया मकाम नहीं है, एक सराह है। तो आप यात्री हाँ, अज दे नहीं। कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैबर बिरख जोयो। इउं यात्रा करते करते इन्हां जूनां चों लंघते लंघते अज मानस जामे च आए हैं। ये भी एक पड़ाव इत्थे भी पक्का नहीं है। फरीदा किट्ठे तैडे मापिया जिन्नी होए जने होए तै पाछा होए चल गए तू अजे ना बदीनो होए। जिन्हां कोठियां कारां गड्डियां नूं आपदियां समझना है, ये ओनली परमेश्वर ने वरतन लई दित्तियां। कोई सतनाम जिवें कोई सरां दा समान, सरां दा कमरा, सरां दा मंजा, बिस्तरा, भांडे आदि वरतन वास्ते लैंदा, लेकिन तुरन लग्या वो समान सारा जमा कराउणा पैंदा है। गुरमुखां ने तां जिउंदे ही त्यागता भी इत्थों दा ही है, अपना नहीं हैगा। पर मन मुखा ने उहदे नाल जुड़ना कीता। नाम संजोगी गोयल थाट, जिहड़े नाम नाल जुड़ गए उन्हां दा जीवन गवालियां वर्गा हुंदा है। वो अपने आप नूं इत्थे पक्का नहीं समझदे। एक दिन भाई मरदाना जी दे मन विच ख्याल आ गया, फुरना बन गया भी यार जिवें बाबे नानक की पूजा हुंदी है कदे मेरी भी होऊगी। वैसे फुरना बन जाता, बंदे दे दिमाग च आ ही जाता। तो बाबे नानक ने वो फुरना उदे पूरा करता। अगले पिंड गए, कहने जा मरदानिया पर रोटी राटी खाया पिंड चों। तो पातशाह ने आपकी खेड वरताउणी सी। कहना जी अज तुसीं आपे ही कही जाने हो, कहते बस मेरा ख्याल सी, जां शख्स क्या असीं बैठे हैं इत्थे। चंगा महाराज पिंड विच गया तो पिंड वाले तो बाबे नूं मरदाने नूं मत्था टेकन लग पे। और मत्था टेकदियां होया पिंड वालियां ने इन्नियां वस्तुआं भेंट कीतियां। कोई खेस चक्की आउंदी है माई, कोई वस्तुआं चक्की आउंदा, कोई पैसे चक्की आउंदा। ढेर लग गया मरदाने कोले। तां मरदाना कहना जरा अज ही सोचिया सीगा भी कोई मेरी पूजा करूँ तो हल मतलब बल्ले बल्ले हो गई। लै पंड बज गई खेसां खुसां दी। पंड बन के खेस विच ते वो सिर ते चक लिआया बाबे नानक कोले। प्रशादा भी छकाता किसी ने बाबा समझ के, माया भी देती, पैसे भी देते, तो वो खेस खूस भी देते बहुत ज़्यादा। वो सारे समान की पंड बन के सिर ते चक्की तुरया आउंदा है। बाबा जी हस पे, कहने का काम तो हो गया। कहने मरदानिया होया पंड। कहना जी पता नहीं अज मैं पिंड विच गया तो पिंड वाले बड़े मत्थे टेके। कह तू सोचिया होगा। हस के कहना जी सोचिया तो सीगा, बस फिर हो गया फुरना पूरा। उन्हें फुरना नहीं चकना पूजा वाला। जे तू ये फुरने बनावेगा तो पंडा सिर ते चकनियां पैणगियां। हुण आपां तां घूमना है तो 10 पंड लै चलेगा नाल। कहना जी मैनूं तां रवाब चकनी औखी लगदी है तो मैं कित्थों नाल चकूँगा। को सतनाम। तो फिर कहते सोचा ही ना मेरी पूजा होवे। तां पातशाह ने ऐसा एक वचन लिखिया बाणी विच कि ब्राह्मण तू कद का ब्राह्मण बनिया है। तू ब्राह्मण अखवा के लोगों का भार सिर ते चक्की जाना। तू ये भार दरगाह विच कित्थों लै जाएगा नाल। तू आप दा भार संभाल ले, इन्ना ही बहुत है। कहो सतनाम। भाव बंदा आप दी खोज कर ले, परमेश्वर नाल जुड़ जे, ये जीवन सफला कर लवे। ये संसार दियां पंडां तां इत्थे रहणियां। चक फिर पंड मरदानिया गाहां चलीए। कहंदा जी मैथों नहीं चक्की जानी। कहंदे फिर चल उत्थे पिंड विच ही जाके इहनूं खोल दे, आपे लै जाणगे जिहनूं लोड़ होऊगी। कहो सतनाम। वो पंड उत्थे ही छड़ती पातशाह जी ने ते लोग लै लूगे विचों चक के। इस करके जिहड़े नाम दे नाल जुड़ गए वो गवालियां दी तरह विचरदे आ। वो केवल ते केवल अपना ब्रह्म ज्ञान रूपी घ्यो संभालते आ, तौड़े नहीं संभालते। रिड़कने उत्थे ही छड्ड जांदे आ।
ਆਪਣੇ ਗਵਾਲੇ ਆਉਂਦੇ ਆ ਨਾ ਪਿੰਡਾਂ ਦੇ ਵਿੱਚ ਵੀ, ਉਹ ਦੁੱਧ ਵੇਚਣ ਆਉਂਦੇ ਆ। ਜਦੋਂ ਜਿੱਥੇ ਕਿਤੇ ਰੁਕਦੇ ਆ, ਗਊਆਂ ਦੁੱਧ ਦਿੰਦੀਆਂ, ਹੁਣ ਉਹ ਇੰਨਾ ਥੋੜ੍ਹੇ ਖਾਣਾ ਪੀਣਾ ਉਹਨਾਂ ਨੇ, ਵਾਧੂ ਵੇਚ ਕੇ ਪੈਸੇ ਵੱਟ ਲੈਂਦੇ ਆ। ਕਹੋ ਸਤਨਾਮ ਸੀ। ਪਰ ਜਿੱਥੇ ਚਮਾਸੇ ਕਰਕੇ ਆ ਮੀਹਾਂ ਦੀ ਰੁੱਤ ਕਰਕੇ ਰੁਕਦੇ ਆ ਨਾ, ਉੱਥੇ ਕੋਈ ਝੌਂਪੜੀ ਛੰਨ ਪਾ ਲੈਂਦੇ ਆ, ਉੱਥੇ ਰੁਕ ਜਾਂਦੇ ਆ, ਘੜੇ ਘੁੜੇ ਨਵੇਂ ਲੈ ਲੈਂਦੇ ਆ, ਉੱਥੇ ਦੁੱਧ ਚੋ ਕੇ ਜਮ੍ਹਾਂ ਕਰਦੇ ਆ, ਵਿਕਦਾ ਵੇਚ ਦਿੰਦੇ ਆ, ਵਾਧੂ ਰੜਕ ਲੈਂਦੇ ਆ, ਉਹਦਾ ਘਿਓ ਬਣ ਜਾਂਦਾ। ਪਰ ਜਦੋਂ ਉੱਥੋਂ ਚੱਲਦੇ ਆ ਫਿਰ ਉਹ ਭਾਂਡੇ ਨਹੀਂ ਚੱਕਦੇ ਉੱਥੋਂ ਵਾਲੇ, ਕੇਵਲ ਤੇ ਕੇਵਲ ਆਪਣਾ ਘਿਓ ਲੈ ਕੇ ਤੁਰ ਪੈਂਦੇ ਆ, ਪਸ਼ੂ ਲੈ ਕੇ ਤੁਰ ਪੈਂਦੇ ਆ। ਕਹੋ ਸਤਨਾਮ ਸੀ। ਕਿਸੇ ਕਦੇ ਭਾਂਡੇ 'ਚ ਘਿਓ ਦਾ ਭਾਂਡੇ ਤਾਂ ਪਾਉਣਾ ਪਊ, ਪਰ ਵਾਧੂ ਸਮਾਨ ਨੂੰ ਕਵਾੜ ਸਮਝ ਕੇ ਉੱਥੇ ਹੀ ਛੱਡ ਜਾਂਦੇ ਆ ਝੌਂਪੜੀ 'ਚ। ਕਹੋ ਸਤਨਾਮ ਸ੍ਰੀ। ਤਾਂ ਪਾਤਸ਼ਾਹ ਜੀ ਕਹਿੰਦੇ ਦੱਸਿਆ, ਉਹ ਸਿੱਖਾ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਜਿਨ੍ਹਾਂ ਦਾ ਨਾਮ ਦੇ ਨਾਲ ਸੰਯੋਗ ਹੋ ਗਿਆ, ਉਹਨਾਂ ਦਾ ਜੀਵਨ ਗਵਾਲਿਆਂ ਵਰਗਾ ਬਣ ਜਾਵੇ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖਮਾਟ। ਜਦੋਂ ਗਵਾਲੇ ਉੱਥੋਂ ਤੁਰ ਜਾਂਦੇ ਐ ਤੇ ਉਹ ਆਪਣੇ ਘੜੇ ਮੱਟ ਤੌੜੀਆਂ ਉੱਥੇ ਹੀ ਛੱਡ ਜਾਂਦੇ ਆ, ਫੁੱਟ ਫੁੱਟ ਜਾਂਦੀਆਂ। ਉਹ ਠੀਕਰੇ ਥੋੜ੍ਹੇ ਚੱਕੀ ਫਿਰਦੇ ਆ ਨਾਲ, ਉੱਥੇ ਛੱਡ ਜਾਂਦੇ ਆ ਸਾਰਾ ਕੁਝ। ਵਿਣ ਵਖਰ ਸੁਨੋ ਘਰ ਹਾਟ, ਉਹ ਝੌਂਪੜੀ ਉਹ ਛੰਨ ਗਵਾਲਿਆਂ ਤੋਂ ਬਗੈਰ ਜਿਵੇਂ ਸੁੰਨੀ ਹੋ ਜਾਂਦੀ ਹੈ, ਨਾਮ ਜਪਣ ਵਾਲਿਆਂ ਦਾ ਹਿਰਦਾ ਨਾਮ ਨਾਲ ਭਰ ਜਾਂਦਾ। ਇਹ ਵਿਕਾਰਾਂ ਦਾ ਸੌਦਾ ਨਿਕਲ ਜਾਂਦਾ, ਕੱਢ ਦਿੰਦੇ ਆ, ਸਿੱਟ ਦਿੰਦੇ ਆ। ਕਹੋ ਸਤਨਾਮ ਸੀ। ਘਰ ਆਪਣਾ ਸਮਾਨ ਨਾਲ ਹੀ ਭਰਿਆ ਨਾ। ਕਿਸੇ ਪਰਿਵਾਰ ਨੇ ਨਵੀਂ ਕੋਠੀ ਪਾਈ ਤੇ ਕੋਈ ਬੰਦਾ ਥੋੜ੍ਹਾ ਜਿਹਾ ਮਜ਼ਾਕੀਆ ਜਿਹਾ ਸੀਗਾ, ਕਹਿੰਦੇ ਵੀ ਕੋਠੀ ਤਾਂ ਬਹੁਤ ਸੋਹਣੀ ਬਣਾ ਲਈ ਮਾਤਾ ਜੀ। ਕਹਿੰਦੇ ਹਾਂ ਭਾਈ। ਤੇ ਮਾਤਾ ਜੀ ਇਹ ਫਿਰ ਕਮਰੇ ਕੁਮਰੇ ਖਾਲੀ ਪਏ, ਸਮਾਨ ਤੁਹਾਡੇ ਕੋਲ ਇੰਨਾ ਹੈ ਨਹੀਂ ਗਾ। ਸਮਾਨ ਤਾਂ ਭਾਈ ਮੁੰਡਾ ਵਿਆਹਾਂਗੇ, ਦਾਜ 'ਚ ਬਥੇਰਾ ਆ ਜਾਊਗਾ, ਉਹਦੇ ਨਾਲ ਭਰ ਜੂਗੀ। ਕਹੋ ਸਤਨਾਮ। ਭਾਵ ਖਿਆਲ ਅੱਗੇ ਆ ਵੀ ਮੁੰਡਾ ਵਿਆਹਾਂਗੇ ਫਿਰ ਦਾਜ ਲਵਾਂਗੇ, ਤੇ ਜਿਹੜਾ ਤੂੰ ਲਿਆਈ ਸੀ ਉਹ ਕਿੱਧਰ ਨੂੰ ਗਿਆ। ਕਹੋ ਸਤਨਾਮ ਸ੍ਰੀ। ਭਾਵ ਮਨੁੱਖ ਦੇ ਅੰਦਰ ਕਵਾੜ ਭਰਿਆ ਪਿਆ ਪੰਜਾਂ ਵਿਕਾਰਾਂ ਦਾ। ਜਿਵੇਂ ਉਹ ਗਵਾਲੇ ਚਲੇ ਜਾਂਦੇ ਆ, ਉਹ ਛੰਨ ਉਹ ਝੌਂਪੜੀ ਜਿਹੜੀ ਕੁਝ ਸਮੇਂ ਲਈ ਉਹਨਾਂ ਨੇ ਟੈਂਪਰੇਰੀ ਬਣਾਈ ਹੈ, ਉਹ ਉੱਥੇ ਹੀ ਸੁੰਨੀ ਰਹਿ ਜਾਂਦੀ ਆ। ਉੱਥੇ ਹੀ ਉਹਨਾਂ ਦੇ ਉਹ ਟੁੱਟੇ ਫੁੱਟੇ ਪੁਰਾਣੇ ਨਵੇਂ ਪੁਰਾਣੇ ਘੜੇ ਰਹਿ ਜਾਂਦੇ ਆ, ਛੱਡ ਜਾਂਦੇ ਆ। ਇਸੇ ਤਰ੍ਹਾਂ ਗੁਰਮੁਖ ਨਾਮ ਜਪਣ ਵਾਲੇ ਜਿਨ੍ਹਾਂ ਨੇ ਗੁਰ ਮਿਲ ਖੋਲੇ ਬੱਜਰ ਕਪਾਟ, ਆਪਣੇ ਦਿਮਾਗ ਦੇ ਬੱਜਰ ਕਪਾਟ ਇਹਨਾਂ ਨੂੰ ਜਿਨ੍ਹਾਂ ਨੇ ਖੋਲ੍ਹ ਲਿਆ, ਭਾਵ ਜਿਨ੍ਹਾਂ ਨੂੰ ਅਕਲ ਆ ਗਈ, ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਸਮਝ ਆ ਗਈ ਕਿ ਕੇਵਲ ਤੇ ਕੇਵਲ ਮਨੁੱਖ ਦੇ ਚੰਗੇ ਕਰਮ ਹੀ ਨਾਲ ਜਾਣੇ ਆ, ਸਮਾਨ ਸਾਰਾ ਇੱਥੋਂ ਦਾ ਇੱਥੇ ਹੀ ਰਹਿਣਾ। ਬੱਜਰ ਕਪਾਟ ਅਗਿਆਨਤਾ ਦੇ ਗੇਟ, ਜਿਵੇਂ ਕਿਸੇ ਬੰਦ ਪਏ ਕਮਰੇ ਦੇ ਗੇਟ ਬੜੇ ਲੰਬੇ ਸਮੇਂ ਬਾਅਦ ਖੁੱਲ੍ਹ ਗਏ, ਉਸੇ ਤਰ੍ਹਾਂ ਹੀ ਸਾਡੇ ਦਿਮਾਗ ਦੇ ਗੇਟ ਲੱਗੇ ਹੋਏ ਆ। ਪਾਪ ਤੇ ਪੁੰਨ ਦੇ ਦਰਵਾਜ਼ੇ ਲੱਗੇ ਹੋਏ ਆ ਸਾਡੇ ਦਿਮਾਗ ਨੂੰ, ਸਾਡੀ ਸੁਰਤ ਨੂੰ। ਅਸੀਂ ਪਾਪਾਂ ਤੋਂ ਡਰੀ ਜਾਂਦੇ ਆ, ਪੁੰਨਾਂ ਵਿੱਚ ਉਲਝੇ ਪਏ ਆ, ਕਿਉਂਕਿ ਪੁਰਾਣੇ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਬੰਦੇ ਨੂੰ ਪਾਪ ਪੁੰਨ ਦੇ ਚੱਕਰ 'ਚ ਪਾਤਾ। ਜੇ ਪੁੰਨ ਕਰੋਗੇ ਤੇ ਸਾਨੂੰ ਆਹ ਮਿਲੂਗਾ, ਆਹ ਮਿਲੂਗਾ, ਸਵਰਗ ਮਿਲਣਗੇ। ਜੇ ਪਾਪ ਕਰੋਗੇ ਨਰਕਾਂ ਨੂੰ ਜਾਓਗੇ। ਉਹ ਚੰਗੀ ਗੱਲ ਹੈ ਵੀ ਬੰਦੇ ਨੂੰ ਡਰਾਇਆ ਗਿਆ ਵੀ ਤੁਸੀਂ ਮਾੜੇ ਕੰਮ ਨਾ ਕਰੋ, ਪਰ ਬੰਦਾ ਇਹਨਾਂ ਤੋਂ ਹੀ ਡਰਨ ਲੱਗ ਪਿਆ। ਚੰਗੇ ਕਰਮ ਜਿਹੜੇ ਬਾਬੇ ਨੇ ਦੱਸੇ ਵੀ ਇਹਨਾਂ ਦੋਨਾਂ ਤੋਂ ਉੱਚਾ ਉੱਠ ਨਾਮ ਜਪ। ਇਹ ਦੋਨੇ ਤਰ੍ਹਾਂ ਦੀ ਅਗਨੀ ਨੂੰ, ਦੋਨੇ ਤਰ੍ਹਾਂ ਦੀਆਂ ਵਸਤੂਆਂ ਨੂੰ ਇਹ ਨਾਮ ਦੀ ਅਗਨੀ ਸਾੜ ਦਿੰਦੀ ਆ। ਉਹਨਾਂ ਨੇ ਆਪਣੇ ਹਿਰਦੇ ਰੂਪੀ ਛੰਨ ਨੂੰ ਜਿਹੜਾ ਹੈ ਇਹਨਾਂ ਵਿਕਾਰਾਂ ਦੇ ਸੌਦੇ ਤੋਂ ਖਾਲੀ ਕਰ ਲਿਆ। ਆਪਣੇ ਬੱਜਰ ਕਪਾਟ ਖੋਲ੍ਹ ਲਏ, ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਹੁਣ ਬੰਦ ਕਮਰਾ, ਕੰਧਾਂ ਵਿੱਚੋਂ ਸੂਰਜ ਟੱਪਦਾ ਨਹੀਂ ਗਾ, ਗੇਟ ਲਾਤਾ, ਉੱਥੋਂ ਦੇ ਵੀ ਚਾਨਣ ਖਤਮ ਹੋ ਗਿਆ, ਹਨੇਰਾ ਹੋ ਗਿਆ ਅੰਦਰ। ਜਿਹੜਾ ਅੰਦਰ ਸਾਡੇ ਅਗਿਆਨਤਾ ਦਾ ਹਨੇਰਾ ਸੀਗਾ, ਗੁਰ ਮਿਲ ਖੋਲੇ ਬੱਜਰ ਕਪਾਟ। ਗੁਰੂ ਨੂੰ ਮਿਲ ਕੇ ਇਹ ਬੱਜਰ ਕਪਾਟ, ਬੱਜਰ ਹੁੰਦੇ ਆ ਬਹੁਤ ਭਾਰੀ। ਜਿਵੇਂ ਹੁਣ ਲੱਕੜ ਦਾ ਗੇਟ ਹਲਕਾ ਹੈ, ਅੱਜ ਕੱਲ੍ਹ ਤਾਂ ਬਹੁਤ ਹਲਕੇ ਆ ਗਏ, ਐਲੂਮੀਨੀਅਮ ਦੇ ਆ ਗਏ, ਕਿਉਂਕਿ ਬੰਦਾ ਵੀ ਕਮਜ਼ੋਰ ਹੋ ਗਿਆ, ਸਮਾਨ ਵੀ ਹਲਕਾ ਬਣਾ ਲਿਆ। ਕਹੋ ਸਤਨਾਮ। ਆ ਕਿਲੇ ਦਾ ਗੇਟ 10 ਬੰਦੇ ਨਹੀਂ ਹਿਲਾ ਸਕਦੇ, ਆ ਖੜਾ ਜਿਹੜਾ ਡਿਊੜੀ ਤੇ ਮੇਨ। ਤੇ ਉਦੋਂ ਵੀ ਤਾਂ ਗੇਟ ਇਹ ਬੰਦ ਹੁੰਦਾ ਹੀ ਹੋਣਾ ਨਾ, ਉਦੋਂ ਇੱਕ ਬੰਦਾ ਬੰਦ ਕਰਦਾ ਹੋ, ਤੇ ਅੱਜ ਦੇ 10 ਜਵਾਕ ਵੀ ਇਹਨੂੰ ਹੱਥ ਪਾ ਕੇ ਹਿਲਾ ਨਹੀਂ ਸਕਦੇ।
मतलब कि जिवें जिवें बंदा कमज़ोर होंदा गया इहदियां वस्तुआं भी हल्कियां हुंदियां गईयां। ते बज्जर का मतलब है जिवें कोई सीमेंट का गेट बना लवे तो फिर कितना भारी होगा। इन्ने भारी गेट साडे दिमाग नूं लगे होए आ। कोई सतनाम सी ते ये भारी गेट हथ नाल नहीं खुलदे। बंदा आपदे जोर नाल, पैसे दे जोर नाल, किसे JCB नाल ये गेट नहीं खोल सकता। इनू गुरु ही खोल सकता। कोई सतनाम सी। इसे करके इनू भारी कहता कि गुरु नूं मिल के मैं अपने दिमाग के जिहड़े बज्जर कवाड़ सी ना, जिहड़े भारी गेट सी, जिहड़े मैनूं सोझी नहीं सी आउण दिंदे, जिहड़े मेरे अंदर सूरज रूपी ज्ञान का प्रकाश नहीं सी जाण दिंदे, गुरु ने वो गेट खोलता। मेरा कहने पुत्रा इत्थे आ है तेरा घर, तू इत्थे बैठ। 10वां द्वारा अगम अपारा, कबीर साहब का वचन। 10वां द्वारा अगम अपारा, परम पुरख की घाटी। इत्थे तेरा मालक बैठा। घाट हुंदी है, घाटी की हुंदी है जगह जिथों किसी पानी के दरिया विच वड़िया जावे उहनूं भी घाट कहंदे आ। ते ये जिहड़ी घाट है इत्थे तेरा मालक बैठा, तू इत्थे बैठ। ना तेरे फेफड़ियां च, ना गुरदियां च, ना थल्ले है। ये 72 खाने हैं शरीर विच, पर तेरा 10वां द्वारा अगम अपारा, परम पुरख की घाटी। ऊपर हाट, ऊपर हाट, हाट भाव हट कित्थे आ? साडे दिमाग 'च ही है सारी हट। जिन्नी भी कमाई करते हैं दिमाग के सिर ते करते हैं ना। चाहे मैं कथावाचक हाँ, चाहे कोई बड़ा डॉक्टर हो, मास्टर हो, वर्कशापां वाले हो, कुछ भी हो, तुहाडी जिहड़ी हट्टी है तुहाडा दिमाग ही है। जिहो जी सौदा है उहो जी कमाई करी जाता बंदा। आगम अपारा, 10वां द्वारा अगम अपारा, परम पुरख की घाटी। ऊपर हाट, हाट पर आला। ਇਹ दिमाग ਦੇ ਵਿੱਚ, ਇਹ खोपड़ी ਦੇ ਵਿੱਚ, ਇਹ खोपड़ी ਤਾਂ कंध ਕੱਢੀ है इस हट्टी दी, इस खेत अपना जगह दी। मजबूत कंध, बड़ी मजबूत है खोपड़ी। इस खोपड़ी ਦੇ ਵਿੱਚ पातशाह कहने आला एक। आले भीतर छाती, छाती हुंदी है वस्तु, जिहड़ी कीमती वस्तु है ना वो ਇਹਦੇ ਵਿੱਚ रखी है। इसे करके खोपड़ी बड़ी सख्त, उत्ते केस रखते ते केसां दे उत्ते बाबा जी ने होर भी कृपा की, दस्तार बनाती। कहते ये कामयाब है, ये चीज़ बड़ी कीमती है, इनू संभाल के रख। सतगुर ने अज तो किन्ना चिर पहला सानू दस्तार की बख्शिश की, ते जिन्हें नहीं दस्तार बनी वो भी हैलमेट पाउंदे आ, क्योंकि ये बिना तो बंदा कमदा ही नहीं। कोई सतनाम जे बज गया किसी दे विच स्कूटर मोटरसाइकिल ते सिर वजना थले ते ये दुकान जी फुट जानी आ। तो इस करके कीमती वस्तु दिमाग च रखी हुई है। इनू बजर कपाट लगे आ ते ये बजर कपाट खोलणगे गुरु की कृपा नाल। इन्हों खोलण वास्ते ही तो बंदा पहली जमात तो लैके 10वीं 12वीं MA BA पता नहीं किन्नियां किन्नियां पढ़ाइयां करदा कि मेरा दिमाग खुल जे, इनू खोलण वास्ते। पर जिवें खुलदा सी गुरु की कृपा नाल उवें खोलिया नहीं गा। दूजा पासा खोल लिया। मोबाइल खोलो ना, ਇਹਦੇ ਵਿੱਚ ਚੰਗਾ ਪਾਸਾ ਵੀ ਖੁੱਲਦਾ ਤੇ ਮਾੜਾ ਵੀ ਖੁੱਲ ਜਾਂਦਾ, ਪਰ ਜ਼ਿਆਦਾਤਰ 90% ਮਾੜਾ ਪਾਸਾ ਹੀ ਖੋਲਦੇ ਆ। ਕੋਈ ਸਤਨਾਮ ਸਿੱਧਾ ਪਾਸਾ ਦਾ ਕੋਈ ਬਿਰਲਾ ਜਵਾਕ ਖੋਲਦਾ ਜਿਹਨੂੰ ਗੁਰੂ ਦੀ ਸੰਗਤ ਮਿਲੀ ਹੋਵੇ, ਨਹੀਂ ਤਾਂ ਪੁੱਠਾ ਪਾਸਾ ਹੀ ਖੋਲਦਾ ਉਹਦਾ। ਸਾਡੇ ਦਿਮਾਗ ਦੇ ਵਿੱਚ ਵੀ ਦੋਨੇ ਚੀਜ਼ਾਂ ਹਨ। ਸਾਡੇ ਦਿਮਾਗ ਦੇ ਪਾਰਟ ਵੀ ਦੋ ਹੈ, ਖੱਬਾ ਤੇ ਸੱਜਾ। ਤੁਸੀਂ ਡਾਕਟਰਾਂ ਦੇ ਮੇਜ਼ ਤੇ ਪਿਆ ਦਿਮਾਗ ਜਿਹਾ ਬੈਠਾ ਵੇਖਿਆ ਹੋਣਾ, ਰੱਖਿਆ ਹੋਇਆ ਫੋਟੋ ਬਣਾ ਕੇ ਪੱਥਰ ਦੀ, ਤਾਂ ਇੱਕ ਖੱਬਾ ਤੇ ਇੱਕ ਸੱਜਾ। ਇਹਦੇ ਅੰਦਰ ਚੰਗੇ ਤੇ ਮਾੜੇ ਵਿਚਾਰ ਚੱਲਦੇ ਆ। ਕੋਈ ਚੰਗੇ ਵਿਚਾਰਾਂ ਵਾਲੀ ਸਾਈਡ ਨੂੰ ਵਰਤਦਾ ਤੇ ਕੋਈ ਮਾੜੇ ਵਿਚਾਰਾਂ ਵਾਲੀ ਸਾਈਡ ਨੂੰ ਵਰਤਦਾ। ਬਹੁਤ ਸਾਈਡਾਂ ਖੁੱਲ੍ਹਦੀਆਂ ਇਹਦੇ ਵਿੱਚ, ਜਿੰਨੀਆਂ ਦਿਮਾਗ ਦੀਆਂ ਖੁੱਲ੍ਹਦੀਆਂ ਉਦੋਂ ਵੱਧ ਕੰਪਿਊਟਰ ਦੀਆਂ ਨਹੀਂ ਖੁੱਲ੍ਹਦੀਆਂ, ਕਿਉਂਕਿ ਕੰਪਿਊਟਰ ਨੂੰ ਦਿਮਾਗ ਨੇ ਬਣਾਇਆ। ਉਹ ਸਤਨਾਮ ਸੀ, ਪਰਮੇਸ਼ਰ ਨੇ ਕਿਰਪਾ ਕੀਤੀ। ਦਿਮਾਗ ਦੇ ਰਾਹੀਂ ਸਾਇੰਸਦਾਨਾਂ ਨੇ ਮੋਬਾਈਲ ਬਣਾਏ। ਹੁਣ ਮੋਬਾਈਲ ਵਿੱਚ ਕਿੰਨੀਆਂ ਸਾਈਡਾਂ ਖੁੱਲ੍ਹ ਗਈਆਂ, ਕੋਈ ਅੰਤ ਹੀ ਨਹੀਂ। ਕੰਪਿਊਟਰ 'ਚ ਕਿੰਨੀਆਂ ਖੁੱਲ੍ਹ ਗਈਆਂ, ਹਜੇ ਹੋਰ ਕਿੰਨੀਆਂ ਖੁੱਲ੍ਹ ਸਕਦੀਆਂ, ਇਹ ਮਨੁੱਖ ਦੇ ਦਿਮਾਗ 'ਚ ਪਈਆਂ। ਕੋਈ ਸਤਨਾਮ ਸ੍ਰੀ। ਪਰ ਜਿਹੜੀ ਆਹ ਬੱਜਰ ਕਪਾਟ ਵਾਲੀ ਸਾਈਡ ਸੀ, ਇਹ ਗੁਰਮੁਖਾਂ ਨੇ ਖਲਾਈ ਆ ਗੁਰੂ ਦੇ ਕੋਲੋਂ। ਮਹਾਰਾਜ ਆਹ ਵੀ ਦੱਸ ਦਿਓ ਕਿਵੇਂ ਖੁੱਲੂਗੀ। ਗੁਰਮਿਲ ਖੋਲੇ ਬੱਜਰ ਕਪਾਟ, ਇਹ ਕਿਵੇਂ ਮਿਲਿਆ?
ਇਹੋ ਜਿਹਾ ਗੁਰੂ ਜਿਹੜਾ ਸੀਗਾ ਜਿਹਦੇ ਕੋਲੋਂ ਮੈਨੂੰ ਗੁਰ ਮਿਲਿਆ। ਗੁਰੂ ਕੋਈ ਰੱਬ ਦਾ ਪਿਆਰਾ ਬ੍ਰਹਮ ਗਿਆਨੀ, ਕੋਈ ਭੇਜਿਆ ਹੋਇਆ ਪਰਮੇਸ਼ਰ ਦਾ ਪਿਆਰਾ ਜਦੋਂ ਮਿਲਿਆ ਨਾ, ਉਸੇ ਗੁਰੂ ਤੇ ਉਸ ਗੁਰੂ ਨੇ ਸਾਨੂੰ ਦਿੱਤਾ ਗੁਰ। ਤੇ ਗੁਰ ਕਿਹੜਾ ਦਿੱਤਾ? ਬਈ ਤੂੰ ਆ ਕਰ। ਜਿਸ ਤਰ੍ਹਾਂ ਵਰਕਸ਼ਾਪ ਵਾਲਾ ਆਪਣੇ ਚੇਲੇ ਨੂੰ ਗੁਰ ਦਿੰਦਾ ਹੈ, ਇਹ ਨਹੀਂ ਕਹਿੰਦਾ ਮੇਰੀ ਫੋਟੋ ਲਾ ਕੇ ਧੂਫ ਦੇਈ ਚੱਲੀ, ਇਹਨੂੰ ਐ ਨਹੀਂ ਸਮਝ ਆਉਣੀ। ਆਪਣੇ ਮਾਸਟਰ ਉਸਤਾਦ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ, ਉਹ ਸਮਝਣੀਆਂ ਪੈਣਗੀਆਂ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ 10 ਗੁਰੂਆਂ ਦੇ ਗੁਰ ਜੋ ਸਾਡੇ ਕੰਮ ਦੇ ਆ, ਉਹ ਗੁਰ ਬਾਣੀ ਹੈ। ਕਹੋ ਸਤਿਨਾਮ ਸੀ। ਉਹ ਗੁਰ ਬਾਣੀ ਹੈ। ਜੇ ਬਾਣੀ ਨੂੰ ਅਸੀਂ ਪੜ੍ਹਾਂਗੇ ਤੇ ਸਾਡੇ ਦਿਮਾਗ ਦੇ ਜਿਹੜੇ ਬੰਦ ਖਾਨੇ ਪੈਣ, ਹਜੇ ਸਾਡਾ 10% ਤੋਂ ਵੱਧ ਦਿਮਾਗ ਨਹੀਂ ਚੱਲਦਾ। ਬਾਬੇ ਨਾਨਕ ਦਾ 100% ਤੋਂ ਉੱਤੇ ਚੱਲਦਾ। ਕਹੋ ਸਤਿਨਾਮ ਸ੍ਰੀ। 101% ਚੱਲਦਾ ਤੇ ਸਾਡਾ 10% ਹੀ ਖੁੱਲਿਆ। ਹਜੇ ਹੋਰ ਪਤਾ ਨਹੀਂ ਕਿੰਨੀਆਂ ਸਾਈਡਾਂ ਖੁੱਲ ਸਕਦੀਆਂ ਜੇ ਗੁਰੂ ਕੋਲੇ ਵਗ ਜਾਵੇਂ। ਤੇ ਮੇਰਾ ਖਿਆਲ ਹੈ ਤੈਨੂੰ ਬ੍ਰਹਿਮੰਡ ਤੇਰੇ ਦਿਮਾਗ ਦੇ ਵਿੱਚੋਂ ਘਰੇ ਬੈਠੇ ਨੂੰ ਵਿਖਾ ਸਕਦਾ। ਕਹੋ ਸਤਿਨਾਮ ਸੀ। ਉਹ ਸਾਈਡਾਂ ਆਪਣੀਆਂ ਬੰਦ ਪਈਆਂ ਹਜੇ। ਗੁਰਮਿਲ ਖੋਲੇ ਬੱਜਰ ਕਪਾਟ, ਕਿਹੜੇ ਗੁਰੂ ਨੇ ਖੋਲੇ? ਸਾਧ ਮਿਲੇ ਰੱਬ ਦੇ ਪਿਆਰੇ ਮਿਲੇ ਮੈਨੂੰ। ਕਹੋ ਸਤਿਨਾਮ ਸ੍ਰੀ। ਜਿਨ੍ਹਾਂ ਨੇ ਸਾਧਨਾ ਪਹਿਲਾਂ ਕੀਤੀ ਹੈ, ਜਿਨ੍ਹਾਂ ਨੇ ਆਪਦੇ ਖੋਲੇ ਹੈ, ਜਿਨ੍ਹਾਂ ਨੂੰ ਕੋਈ ਰਸੀਆ ਮਿਲ ਗਿਆ ਹੈ। ਮਿਲਿਆ ਕਿਵੇਂ? ਧਿਆਨ ਦਿਓ, ਹਰੇਕ ਨੂੰ ਨਹੀਂ ਮਿਲਦਾ। ਇਹੋ ਜਿਹੇ ਰੱਬ ਦੇ ਨਾਲ ਜੁੜੇ ਹੋਏ ਬਹੁਤ ਘੱਟ ਮਿਲਦੇ ਆ। ਕਿਹਨੂੰ ਮਿਲਦੇ ਆ? ਪੂਰਵ ਸੰਜੋਗ, ਜਿਨ੍ਹਾਂ ਦੇ ਪੂਰਵਲੇ ਸੰਜੋਗ ਮਿਲਣ ਦੇ ਕਾਰਨ ਪਏ ਹੁੰਦੇ ਆ, ਜਿਨ੍ਹਾਂ ਦੇ ਅੰਦਰ ਮਿਲਣ ਦਾ ਬੀਜ ਪਿਆ ਹੁੰਦਾ। ਪੜ੍ਹੋ ਬਾਣੀ ਚੋਂ ਇਹ ਬਚਨ। ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਮੇਰੇ ਪੂਰਵਲੇ ਕਰਮਾਂ ਦੇ, ਚੰਗੇ ਕਰਮਾਂ ਦੇ ਬੀਜ ਪੈਦਾ ਹੋ ਗਏ, ਹੋ ਸਕਦਾ ਹੈ ਆਪਾਂ ਪਿਛਲੇ ਕਈ ਜਨਮਾਂ ਤੋਂ ਭਗਤੀ ਕਰਦੇ ਆ ਰਹੇ ਹੋਈਏ ਔਰ ਆਪਣੀ ਭਗਤੀ ਪੂਰੀ ਨਹੀਂ ਹੋਈ, ਕਿਸੇ ਕਾਰਨ ਮੌਤ ਹੋ ਗਈ, ਭਗਤੀ ਵਿਚਾਲੇ ਰਹਿ ਗਈ, ਤੇ ਫਿਰ ਅਸੀਂ ਭਗਤੀ ਦੀ ਇੱਛਾ ਰੱਖ ਕੇ ਮਰ ਗਏ। ਫੁਰਨਾ ਬਣ ਗਿਆ, ਮੇਰੀ ਤਾਂ ਭਗਤੀ ਨਹੀਂ ਪੂਰੀ ਹੋਈ ਮਹਾਰਾਜ, ਮੈਂ ਹੁਣ ਕੀ ਕਰਾਂ? ਅੱਛਾ ਤੂੰ ਭਗਤੀ ਕਰਨੀ ਹੈ, ਫਿਰ ਭਗਤੀ ਤਾਂ ਮਾਨਸ ਜਾਮੇ 'ਚ ਹੀ ਹੁੰਦੀ ਹੈ, ਤੈਨੂੰ ਫਿਰ ਬੰਦਾ ਬਣਾ ਦਿੰਦੇ ਆ। ਕਹੋ ਸਤਿਨਾਮ ਸੀ। ਮੈਂ ਨਹੀਂ ਕਹਿੰਦਾ, ਭਾਈ ਨੰਦ ਲਾਲ ਜੀ ਕਹਿੰਦੇ ਆ, ਜਿਹੜਾ ਤਲੋਚਨ ਜੀ ਦਾ ਸ਼ਬਦ ਹੈ ਨਾ, ਵੀ ਮਰਨ ਵੇਲੇ ਜਿਹੜੀ ਇੱਛਾ ਪੈਦਾ ਹੁੰਦੀ ਹੈ, ਉਹ ਇੱਛਾ ਹੀ ਫਿਰ ਪਰਮੇਸ਼ਰ ਜੀਵ ਦੀ ਪੂਰੀ ਕਰਦਾ। ਧਿਆਨ ਦਿਓ ਥੋੜਾ, ਇਹ ਗੱਲ ਧਿਆਨ ਮੰਗਦੀ ਆ। ਮਰਨ ਵੇਲੇ ਜਿਹੜੀ ਇੱਛਾ ਪੈਦਾ ਕੀਤੀ ਤੁਸੀਂ, ਆਪਾਂ ਉਹ 4 ਪੰਕਤੀਆਂ ਲਗਭਗ ਰੱਟ ਗਈਆਂ ਹੋਣਗੀਆਂ, ਤੁਹਾਡੇ ਵੀ ਤੇ ਮੇਰੇ ਵੀ। 4 ਪਦੇ ਵੀ ਮਰਨ ਵੇਲੇ ਮਾਇਆ ਦਾ ਖਿਆਲ ਕੀਤਾ ਤਾਂ ਸੱਪ ਬਣ ਗਿਆ, ਬੱਚਿਆਂ ਦਾ ਖਿਆਲ ਕੀਤਾ ਤਾਂ ਸੂਰ ਬਣ ਗਿਆ, ਕੋਠੀ ਦਾ ਖਿਆਲ ਕੀਤਾ ਤਾਂ ਪ੍ਰੇਤ ਆਤਮਾ ਬਣ ਗਈ, ਭੂਤ ਪ੍ਰੇਤ ਬਣ ਕੇ ਭਟਕ ਗਈ ਰੂਹ। ਕਿਸੇ ਇਸਤਰੀ ਦਾ ਖਿਆਲ ਕੀਤਾ ਤਾਂ ਵੇਸਵਾ ਦੀ ਜੂਨੀ ਵੀ ਚਲਿਆ ਗਿਆ। ਪਰ ਭਾਈ ਨੰਦ ਲਾਲ ਜੀ ਨੇ ਗੱਲ ਕਲੀਅਰ ਕੀਤੀ, ਕਹਿੰਦੇ ਆਪਾਂ ਮਨੁੱਖ ਕਿਵੇਂ ਬਣੇ? ਆਪਾਂ ਤਾਂ ਨਹੀਂ ਕਿਹਾ ਸੀ ਮਹਾਰਾਜ ਨੂੰ ਵੀ ਸਾਨੂੰ ਜਿਹੜਾ ਮਨੁੱਖ ਬਣਾ ਦਿਓ। ਇਹ ਮਨੁੱਖ ਵੀ ਸਾਨੂੰ ਸਾਡੇ ਕਿਸੇ ਸਮੇਂ ਦੇ ਫੁਰਨੇ ਨੇ ਬਣਾਇਆ। ਕਹੋ ਸਤਿਨਾਮ ਸੀ। ਤੇ ਉਹ ਫੁਰਨਾ ਭਾਈ ਸਾਹਿਬ, ਭਾਈ ਨੰਦ ਲਾਲ ਜੀ ਗੋਇਆ ਲਿਖਦੇ ਆ ਆਪਣੀਆਂ ਗਜ਼ਲਾਂ ਦੀ ਪਹਿਲੀ ਗਜ਼ਲ ਵਿੱਚ, ਭਗਤੀ ਤਾਂਗ ਪਿਆ ਦੀ ਲੱਗੀ, ਤਨ ਖਾਕੀ ਵਿੱਚ ਆਏ ਵਾਹ। ਕਿਤੇ ਪਿੱਛੋਂ ਭਗਤੀ ਪਰਮੇਸ਼ਰ ਨਾਲ ਜੁੜੇ ਹੋਏ ਸੀ ਆਪਾਂ ਸਾਰੇ, ਐਵੇਂ ਨਹੀਂ ਇੱਥੇ ਪਹੁੰਚ ਗਏ ਆਪਾਂ। ਕਹੋ ਸਤਿਨਾਮ ਸੀ। ਜੁੜੇ ਹੋਏ ਸੀ ਕਿਤੇ ਤੇ, ਪਰ ਸਾਡੀ ਇੱਛਾ ਰਹਿ ਗਈ ਕਿਤੇ ਵੀ ਮੈਂ ਭਗਤੀ ਕਰਨੀ ਸੀ, ਤੇ ਮਹਾਰਾਜ ਨੇ ਦਇਆ ਕਰਕੇ ਸਾਨੂੰ ਮਨੁੱਖ ਬਣਾਤਾ। ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਭਾਈ ਨੰਦ ਲਾਲ ਜੀ ਆਪਣੀਆਂ ਗਜ਼ਲਾਂ ਦੀ ਪਹਿਲੀ ਗਜ਼ਲ ਵਿੱਚ ਆਪਣੇ ਕੋਲੇ ਕਥਾ ਕਰਨ ਵਾਸਤੇ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਗੋਇਆ ਜੀ ਦੀਆਂ ਗਜ਼ਲਾਂ ਔਰ ਇਤਿਹਾਸ ਹੈ ਪੂਰਾ, ਸੂਰਜ ਪ੍ਰਕਾਸ਼ ਆਪਣੇ ਕੋਲੇ 10 ਗੁਰੂਆਂ ਦਾ ਔਰ ਗੁਰਬਾਣੀ।
ਇਹ 4 ਸਰੋਤ ਹੈ ਆਪਣੇ ਕੋਲੇ ਜਿਨ੍ਹਾਂ ਵਿੱਚੋਂ ਆਪਾਂ ਗੁਰਮਤਿ ਦੇ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ। ਕਥਾ ਦੇ ਵਿੱਚ ਜਿਨ੍ਹਾਂ ਦੀ ਅਸੀਂ ਇਸ਼ਾਰਾ ਦੇ ਸਕਦੇ ਹਾਂ। ਤਾਂ ਭਾਈ ਨੰਦ ਲਾਲ ਜੀ ਕਹਿੰਦੇ, ਭਗਤੀ ਤਾਂਗ ਪੀਆ ਦੀ ਲੱਗੀ, ਤਨ ਖਾਕੀ ਵਿੱਚ ਆਏ ਵਾਹ, ਨਹੀਂ ਤਾਂ ਚਾਹ ਆਵਣ ਦਾ ਕੀ ਸੀ, ਜਿਸ ਪਿੱਛੇ ਉੱਠ ਧਾਏ ਵਾ। ਆ ਮਾਇਆ ਮਗਰ ਭੱਜਣ ਵਾਸਤੇ ਆਏ ਸੀ। ਮਾਇਆ ਦੀ ਇੱਛਾ ਰੱਖਣ ਵਾਲਾ ਤਾਂ ਸੱਪ ਬਣਦਾ, ਬੰਦਾ ਨਹੀਂ ਬਣਦਾ। ਬੰਦਾ ਤਾਂ ਭਗਤੀ ਵਾਸਤੇ ਬਣਦਾ। ਕਹੋ ਸਤਨਾਮ ਸੀ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਵਿੰਦ ਮਿਲਨ ਕੀ ਇਹੋ ਤੇਰੀ ਬਰੀਆ। ਸਾਧ ਮਿਲੇ ਪੂਰਬ ਸੰਜੋਗ, ਇਹ ਤਾਂ ਪੂਰਬਲੇ ਸੰਜੋਗ ਸੀ ਕਿ ਕੋਈ ਰੱਬ ਦੇ ਪਿਆਰੇ ਮੈਨੂੰ ਮਿਲ ਗਏ। ਇਹ ਪੂਰਬਲੇ ਸੰਜੋਗ ਹੈ ਤੁਹਾਡਾ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਬੈਠਣਾ। ਜਦੋਂ ਤੁਸੀਂ ਪਹਿਲੇ ਦਿਨ ਯਾਦ ਲੈ ਕੇ ਜਾਓ ਉੱਥੇ ਸੁਰਤ ਆਪਣੀ, ਜਦੋਂ ਤੁਸੀਂ ਪਹਿਲੀ ਵਾਰ ਗੁਰੂ ਘਰ ਆਏ ਤੇ ਤੁਹਾਨੂੰ ਕੌਣ ਲੈ ਕੇ ਆਇਆ? ਉਹ ਕੋਈ ਗੁਰਮੁਖੀ ਹੋਣਾ, ਉਹ ਪਹਿਲਾਂ ਜੁੜਿਆ ਹੋ, ਤੁਹਾਨੂੰ ਵੀ ਜੋੜ ਗਿਆ। ਕੁਛ ਤੇ ਤੁਹਾਡਾ ਮਾਂ ਪਿਓ ਹੋਵੇ, ਚਾਹੇ ਨਾਨਕਿਆਂ 'ਚ ਹੋਵੇ, ਚਾਹੇ ਦਾਦਕਿਆਂ 'ਚ ਹੋਵੇ, ਚਾਹੇ ਕੋਈ ਥਰਡ ਪਰਸਨ ਕੋਈ ਵੀ ਹੋਵੇ ਬਾਹਰਲਾ। ਜਿਵੇਂ ਦਾਸ ਦਾ ਖਿਆਲ ਹੈ ਕਿ ਦਾਸ 5 ਸਾਲ ਦਾ ਤੇ ਇੱਕ ਮਾਤਾ ਨੇ ਸੱਦਿਆ, ਔਰਿਆ ਪੁੱਤ, ਹਾਂ ਬੀਬੀ ਜੀ ਮੈਂ ਤੈਨੂੰ ਸੰਥਿਆ ਦੇਣੀ ਹੈ ਜਪਜੀ ਸਾਹਿਬ ਦੀ। ਮੇਰੇ ਯਾਦ ਚੇਤੇ ਵੀ ਨਹੀਂ ਸੀ ਕਿ ਬਾਣੀ ਪੜ੍ਹਨੀ ਚਾਹੀਦੀ ਆ। ਕਹੋ ਸਤਨਾਮ ਸੀ। ਇਹ ਪੂਰਬਲੇ ਸੰਜੋਗ ਹੁੰਦੇ ਆ। ਕਹੋ ਸਤਨਾਮ ਸੀ। ਉੱਥੋਂ ਕੰਮ ਚੱਲਿਆ ਤੇ ਆਹ ਦਿਨ ਆ ਗਿਆ, ਮਹਾਰਾਜ ਨੇ ਬਾਂਹ ਨਹੀਂ ਛੱਡੀ, ਗੁਰੂ ਕਿਰਪਾ ਸਦਕਾ ਚੱਲੀ ਜਾਵੇ ਕੰਮ। ਤਾਂ ਹੁਣ ਕੀ ਹੋਇਆ ਗੁਰੂ ਪਿਆਰਿਓ? ਪਾਤਸ਼ਾਹ ਕਹਿੰਦੇ ਸਾਧ ਮਿਲੇ ਪੂਰਬ ਸੰਜੋਗ। ਇਹ ਪੂਰਬਲੇ ਚੰਗੇ ਕਰਮਾਂ ਕਰਕੇ ਹੀ ਰੱਬ ਦੇ ਪਿਆਰੇ ਮਿਲਦੇ ਆ ਤੇ ਉਹ ਸਾਨੂੰ ਜੋੜ ਦਿੰਦੇ ਆ। ਸਾਡੀ ਬਾਂਹ ਗੁਰੂ ਨੂੰ ਫੜਾ ਦਿੰਦੇ ਆ, ਬਸ ਫੇਰ ਬਾਂਹ ਛੱਡਦਾ ਨਹੀਂ ਗੁਰੂ। ਭਾਈ ਬੇਦੀ ਚੰਦ ਦੇ ਪੂਰਬਲੇ ਸੰਜੋਗ ਦੇਖ ਲਓ, ਧਿਆਨ ਦਿਓ। ਕਦੋਂ ਉਹਨਾਂ ਦੇ ਕਰਮਾਂ ਦਾ ਬੀਜ ਉੱਗ ਰਿਹਾ, ਭਾਈ ਬੇਦੀ ਚੰਦ, ਧਿਆਨ ਦਿਓ। ਚੋਰੀਆਂ ਕਰਦੇ ਆ, ਮਾਝੇ ਦੇ ਇਲਾਕੇ ਦੇ ਹੈਗੇ ਨੇ। ਸੁਰ ਸਿੰਘ ਵਾਲਾ ਇਹਨਾਂ ਦਾ ਨਗਰ ਹੈ, ਜਿੱਥੋਂ ਦਾ ਜਥਾ ਨਿਹੰਗ ਸਿੰਘ ਦਲ ਬਾਬਾ ਬਿਧੀ ਚੰਦੀਆਂ ਦਾ ਕਹਾਉਂਦਾ ਹੈ। ਤੇ ਬਿਧੀ ਚੰਦ ਨੇ ਚੋਰੀ ਕੀਤੀ ਹੈ ਮੱਝਾਂ ਦੀ ਰਾਤ ਨੂੰ, ਤੇ ਘਰ ਵਾਲਿਆਂ ਨੂੰ ਜਾਗ ਆ ਗਈ ਤੇ ਉਹ ਮਗਰ ਪੈ ਗਏ। ਇਹਨੇ ਮੱਝਾਂ ਭਜਾਈਆਂ, ਇੱਕ ਛੱਪੜ ਕੰਨੀ ਕਰਤੀਆਂ। ਮੱਝਾਂ ਛੱਪੜ ਕੰਨੀ ਵੜ ਗਈਆਂ ਤੇ ਭੱਜ ਕੇ ਇੱਕ ਡੇਰੇ 'ਚ ਵੜ ਗਿਆ। ਡੇਰਾ ਮਾਝੇ ਵਿੱਚ ਘਰ ਨੂੰ ਕਹਿੰਦੇ ਆ, ਕੋਈ ਹੋਰ ਡੇਰਾ ਨਹੀਂ ਸੀਗਾ। ਉਹ ਕੋਈ ਰੱਬ ਦਾ ਪਿਆਰਾ ਨਾਮ ਜਪਣ ਵਾਲੀ ਰੂਹ ਉਸ ਡੇਰੇ ਵਿੱਚ ਰਹਿੰਦੀ ਸੀ। ਗੇਟ ਖੁੱਲ੍ਹਾ ਤੇ ਉਹ ਬੈਠਾ ਅੰਮ੍ਰਿਤ ਵੇਲੇ, ਠੰਡ ਦੇ ਮੌਸਮ ਹੈ, ਕੰਬਲ ਲੈ ਕੇ ਉੱਤੇ ਬੈਠਾ, ਸਿਮਰਨ ਵਿੱਚ ਬੈਠਾ, ਸਿਮਰਨ ਕਰ ਰਿਹਾ। ਭਾਈ ਬਿਧੀ ਚੰਦ ਦਮ ਚੜਿਆ ਹੋਇਆ ਭੱਜਿਆ, ਬਾਬਾ ਜੀ ਬਚਾਓ ਬਚਾਓ। ਕੀ ਹੋ ਗਿਆ ਭਾਈ? ਮਹਾਰਾਜ ਮੈਂ ਚੋਰ ਹਾਂ। ਟਾਈਮ ਤਾਂ ਹੈ ਨਹੀਂ ਸੀ ਬਹੁਤੀ ਗੱਲ ਕਰਨ ਦਾ। ਮੈਂ ਚੋਰ ਹਾਂ, ਮੈਂ ਚੋਰੀ ਕੀਤੀ ਸੀ ਮੱਝਾਂ ਦੀ, ਤੇ ਲੋਕ ਮਗਰ ਪੈ ਗਏ, ਮੈਨੂੰ ਕੁੱਟ ਕੇ ਮਾਰ ਦੇਣਗੇ। ਭਾਈ ਆ ਕੰਬਲ ਜਾ ਲੈ ਕੇ ਮੈਂ ਬੈਠਾ ਤੇ ਦੋਵੇਂ ਮੇਰੇ ਕੋਲੇ ਚੌਂਕੜੀ ਮਾਰ ਕੇ ਬਹਿ ਜਾ, ਤੈਨੂੰ ਰੱਬ ਹੀ ਬਚਾਊਗਾ ਹੁਣ। ਕਹੋ ਸਤਨਾਮ ਸੀ। ਤਾਂ ਉਹ ਕੋਲੋਂ ਹੀ ਕੰਬਲ ਚੱਕਿਆ ਤੇ ਬੁੱਕਲ ਮਾਰ ਕੇ ਕੋਲ ਹੀ ਬਹਿ ਗਏ। ਜੇ ਬਾਬਾ ਬੈਠਾ ਸੀ, ਭਾਵੇਂ ਕਿ ਹਜੇ ਨਾਮ ਦਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ, ਪਰ ਅੱਜ ਬਹਾਨਾ ਬਣਿਆ, ਪੂਰਬ ਕਰਮ ਆਕਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਕਹੋ ਸਤਨਾਮ ਸੀ। ਕੰਬਲੀ ਦੀ ਬੁੱਕਲ ਮਾਰ ਕੇ ਬਹਿ ਗਏ। ਲੋਕ ਪੈਰ ਦੱਬਦੇ ਉਸ ਡੇਰੇ 'ਚ ਆ ਗਏ। ਪਰ ਉਹ ਮਹਾਂਪੁਰਸ਼ ਉੱਥੋਂ ਦੇ ਬੜੇ ਸਤਿਕਾਰਯੋਗ ਸੀਗੇ, ਪਿੰਡ ਵਾਲੇ ਜਾਣਦੇ ਸੀਗੇ, ਭਜਨ ਬੰਦਗੀ ਵਾਲੇ ਮਹਾਂਪੁਰਸ਼ ਆ। ਹੁਣ 2 ਜਣੇ ਬੈਠੇ ਆ ਕੰਬਲ ਦੀਆਂ ਬੁੱਕਲਾਂ ਮਾਰ ਕੇ। ਇੱਕ ਬਾਬਾ ਜੀ ਬੈਠੇ ਆਪ, ਇੱਕ ਬਿਧੀ ਚੰਦ ਕੰਬਲ ਦੀ ਬੁੱਕਲ ਮਾਰ ਕੇ ਬਹਿ ਗਿਆ। ਉਹ ਪਿੰਡ ਵਾਲੇ ਕਹਿੰਦੇ ਬਾਬਾ ਜੀ ਇਹ ਤੇ ਇੱਕ ਚੋਰ ਆਇਆ ਸੀਗਾ, ਤੁਸੀਂ ਦੇਖਿਆ ਨੀਗਾ? ਕਹਿੰਦੇ ਭਾਈ ਤੁਸੀਂ ਦੇਖ ਲਓ, ਅਸੀਂ 2 ਜਣੇ ਬੈਠੇ ਆ, ਚੋਰ ਹੈ ਕਿ ਸਾਧ ਹੈ? ਨਹੀਂ ਤੁਸੀਂ ਤਾਂ ਨਹੀਂ ਮਹਾਰਾਜ, ਸਾਡੀਆਂ ਮੱਝਾਂ ਚੋਰੀ ਕੀਤੀਆਂ ਚੋਰ ਨੇ, ਤੇ ਉਹ ਮੱਝਾਂ ਭਜਾ ਕੇ ਇੱਧਰ ਆਇਆ ਤੇ ਪਤਾ ਨਹੀਂ ਕਿੱਧਰ ਗਿਆ। ਕਹਿੰਦੇ ਭਾਈ ਮੱਝਾਂ ਦੇ ਛੱਪੜ 'ਚ ਹੋਣਗੀਆਂ, ਵੇਖ ਲਓ। ਅਸੀਂ 2 ਜਣੇ ਬੈਠੇ ਆ, ਸਾਨੂੰ ਸਿਆਣ ਲਓ। ਉਹ ਤੁਸੀਂ ਤਾਂ ਮਨ ਸਤਿਕਾਰਯੋਗ ਬਾਬਾ ਜੀ ਹੋ।
पिंड वाले पुछ-गिछ करके मुड़ गए। मझां उन्होंने उत्थों मिल गई छप्पड़ चों, मझां आपदियां लै गए घर नूं वापस। भाई बिधी चंद का साह साह आया, शुक्र है अज बच गए, नहीं तो पिंड वाले ने कुट के मार देने सी। कहो सतनाम श्री बाबा जी दे पैरी पई जावे, पैना ही चाहिए बई। बड़ा औखा समा संभालिया महापुरुषों ने, परमेश्वर ने कृपा की। कहने जी शुक्र है बचाता। वो कहते मैं कानों बचाया, तैनू गुरु अर्जन देव जी ने बचाया। कहो सतनाम श्री तैनू गुरु नानक ने बचाया। अज छाडे चोरियां, चल तैनू मैं महापुरुषों के नाल मिलावां, जिहड़ा मैथों ही वड्डा महापुरुष है। फिर वो भाई बिधी चंद नूं माझे दे इलाके चों सुरसिंघ वाले तो लैके सतगुरु अर्जन देव जी की हजूरी च आउंदे आ। कहो सतनाम श्री। बस फिर वो दिन हद है चोरियां दी कि इत्थों नाम शुरू हो गया। फिर वो विधि चंद साडे सत्कारयोग योधे आ, जिन्हां ने पंजवें ते छेवें पातशाह जी दे नाल रह करके सेवा की सिੱਖੀ दी। पता नहीं वड्डे वड्डे डाकू सज्जन ठग वर्गे भी रब ने सीधे रस्ते पा दिते, पर जदों पूर्वले किसी चंगे कर्मां दे बीज उगरदे आ, उदों पूर्व कर्म अंकर जा प्रगटे भेटे पुरख रसक बैरागी। खैर अगे चलिए। साध मिले पूरब संजोग। सतगुरु नानक देव जी कहने भाई दसिया, जदों पूर्वले संजोग बनते हैं ना रब नाल मिलन दे, उदों फिर रब का कोई प्यारा मिलता, क्योंकि रब दे भी जंट है, ये रब नाल मिलाउण वास्ते आए आ। जन पारे उपकारी आए, जन पारे उपकारी आए, जी दान दे भगती लाइन हरसों लैन मिलाए। जन मन दोह में नाही, आउणा भाने माँ के पेटों ही पैंदा सब नूं। रब भी आऊगा तो गुरु नानक बन के आया, तो ओह भी माँ तृप्ता की कुखों ही जन्म लैंदा है। कहो सतनाम। इहो रस्ता सारिਆਂ वास्ते, पर दोनों के आउण च फर्क है। असी कर्मां दे फल भोगण वास्ते आए आ, वो साडे माड़े चंगे कर्म कट के मिलाउण वास्ते आए आ। कहो सतनाम सी। जन मन दोह में नाही, जन पर उपकारी आए, जी दान दे भगती लाइन हर स्यों लैन मिलाए। हरी नाल मिला लेंदे आ ओह। साध मिले पूर्व संजोग, ते जिन्हां नूं मिल गए सच रहस्य। मिर्चा किते भी लग जाना तो उन्हां दा रस रह जांदा। उंगल मिर्चा वाले कपड़े लग जाए तो उंगल मूँह ते लग जाए तो मूँह मचन लग जाता। तो जिन्हां दे विच सच दा रस रह गया, फिर उन्हां अंदर सच दा रस बन गया। कहो सतनाम श्री। ओह लोग जिन्हां नूं परमेश्वर दे प्यारे मिल गए, ऐसे नाम जपण वाले साधु संत मिल गए, रब दे प्यारिਆਂ की संगत हो गई। सही प्यारिਆਂ मेल जिन्ना मिलिया, तेरा नाम चितावे। रोज़ अरदास इसे करके करते हैं, तो घरे तो अरदास पूरी हो ही जाती है ना, पर उदों चेते रखो कि मैं किते कहा सी महाराज नूं किरपा कर दिओ, ते आ वो किरपा हुई है। वो किरपा जी मैं रोज़ कहना सी मिला दिओ कोई रब दा प्यारा, आ मिलाता। कहो सतनाम सी। रब दा प्यारा कोई खेतीबाड़ी करता भी हो सकता, कोई जरूरी नहीं है भी इस तरह बाणे च ही होवे जां भगवें चिट्टे नीले काले च होवे, कोई जरूरी नहीं। पता नहीं वो आपदा किरती भी हो सकता कोई, जिहड़ा कि इस रहस नूं, इस गुझे भेद नूं आपदे हिरदे विच लुकोई फिरदा होवे। जिवें बुल्ले शाह नूं मिलिया, वो भी रब दी भाल सीगा। किसी ने दस पाई इत्थे एक फकीर रहिंदा, तो गुरु प्यारिओ बुल्ले शाह साजद है ते गुरु उहदा राई आ। भाव मुसलमानी मत में साजद उच्ची कौम है ते राई जमा नीवी कौम है। जिवें कोई कहते फलाना तो मजहबी आ, कहो सतनाम असीं तां जट आ, बहुत लोगों का ख्याल है। वो राई है, वो खेतीबाड़ी करने वाला है, मजदूरी करने वाला, मेहनत करने वाला बंदा है, तो साजद है बुल्ले शाह। तो जांदा जांदा जो दस पई तो राई नूं लभदा लभदा उस अपने फकीर गुरु नूं लभदा लभदा उहदे खेत पहुँच गया। कहो सतनाम श्री। हुण
ਉਹ ਲੁਕਿਆ ਹੋਇਆ ਲਾਲ ਸੀ, ਗੋਦੜੀ 'ਚ ਲੁਕਿਆ ਹੋਇਆ ਲਾਲ ਸੀਗਾ। ਉਹਦੇ ਅੰਦਰ ਪਰਮੇਸ਼ਰ ਦੀ ਲौ ਲੱਗੀ ਹੋਈ ਸੀ, ਪਰ ਆਪਦੇ ਖੇਤੀਬਾੜੀ 'ਚ ਮਸਤ ਵੀ ਰਹਿੰਦਾ ਸੀਗਾ। ਤੇ ਬੁੱਲੇ ਸ਼ਾਹ ਨੇ ਕੋਈ ਥੋੜ੍ਹੀ ਬਹੁਤੀ ਕੀਤੀ ਸੀ ਸਾਧਨਾ, ਇਹਦੀ ਅੱਖ ਦੇ ਵਿੱਚ ਆ ਗਿਆ ਸੀਗਾ ਰਿੱਧੀਆਂ ਸਿੱਧੀਆਂ। ਇਹ ਉੱਥੇ ਜਾ ਕੇ ਖੜਾ ਤੇ ਉਹ ਰਾਹੀਂ ਝਾਕਿਆ ਨਾ, ਉਹਦੇ ਖੇਤ ਵਿੱਚ ਇੱਕ ਅੰਬਾਂ ਦਾ ਪੌਦਾ ਲੱਗਿਆ, ਉਹਨੂੰ ਅੰਬ ਲੱਗੇ ਹੋਏ ਆ। ਤੇ ਉਹਦਾ ਧਿਆਨ ਖਿੱਚਣ ਵਾਸਤੇ ਸੱਜਦ ਬੁੱਲੇ ਸ਼ਾਹ ਨੇ ਨਿਗਾਹ ਮਾਰੀ ਤੇ 2 ਅੰਬ ਤੋੜ ਕੇ ਥੱਲੇ ਸਿੱਟ ਤੇ ਖੜਕਾ ਹੋਇਆ ਅੰਬਾਂ ਦਾ ਰਾਹੀਂ ਝਾਕਿਆ, ਵੇਖ ਲਿਆ ਵੀ ਸ਼ਰਾਰਤ ਇਸੇ ਦੀ ਹੈ। ਕਹਿਣ ਲੱਗਿਆ ਤੋੜ ਨਹੀਂ ਜਾਣਦਾ ਕਿ ਜੋੜਨ ਵੀ ਜਾਣਦਾ? ਕਹੋ ਸਤਨਾਮ। ਕਹਿੰਦਾ ਮੈਂ ਤਾਂ ਤੋੜਨ ਵਾਲਾ ਹੀ ਹਾਂ, ਤੇਰੇ ਕੋਲ ਜੋੜਨ ਵਾਸਤੇ ਆਇਆ। ਕਹੋ ਸਤਨਾਮ ਸ੍ਰੀ। ਆ ਜਾ ਫਿਰ, ਆ ਜਾ। ਪਤਾ ਲੱਗ ਗਿਆ ਅੰਬ ਤੂੰ ਤੋੜੇ ਨਾ, ਲਾ ਵਾਪਸ ਉੱਥੇ। ਕਹਿੰਦਾ ਮੈਥੋਂ ਨਹੀਂ ਲੱਗਦੇ। ਕਹੋ ਸਤਨਾਮ, ਮੈਂ ਤਾਂ ਬਸ ਤੁਹਾਨੂੰ ਮਿਲਣ ਵਾਸਤੇ ਆਇਆ ਜੀ। ਕਹਿੰਦੇ ਚੱਲ ਕੋਈ ਨਹੀਂ, ਆ ਜਾ। ਕਿਵੇਂ ਆਇਆ, ਕੀ ਚਾਹੀਦਾ ਜੀ? ਕੋਈ ਰੱਬ ਦੀ ਦੱਸ ਪਾ ਲਿਓ, ਅੱਲਾਹ ਤਾਲਾ ਦੀ ਕਿੱਥੋਂ ਮਿਲਦਾ, ਕਿਵੇਂ ਮਿਲਦਾ? ਉਹ ਛੱਡ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ। ਲਾਈ ਜਾਂਦਾ ਸੀ ਉਹ ਪਨੀਰੀ ਗੰਢਿਆਂ ਦੀ ਦੁਆਰੇ ਪੱਟ ਕੇ। ਕਹੋ ਸਤਨਾਮ ਸੀ। ਇਹ ਕਹਾਣੀ ਆਪਾਂ ਸਾਰੇ ਪਹਿਲਾਂ ਸੁਣੀ ਵੀ ਹੈ ਤੇ ਦੁਬਾਰੇ ਵੀ ਆਪਾਂ ਰਿਪੀਟ ਕਰ ਲਈ ਆ। ਬਸ ਉਹੀ ਚੀਜ਼ ਹੈ, ਉਧਰੋਂ ਪੱਟ ਕੇ ਇਹਨੂੰ ਇੱਧਰ ਲਾਉਣਾ ਹੈ ਆਪਦੇ ਵੱਲ। ਤੁਹਾਡਾ ਮੇਰੇ ਵੱਲ ਨਹੀਂ, ਮੇਰਾ ਤੁਹਾਡੇ ਵੱਲ ਨਹੀਂ, ਸਭ ਦਾ ਆਪੋ ਆਪਣੇ ਵੱਲ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਉਂ ਜਪਦਿਆਂ ਜਪਦਿਆਂ ਇਹ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਹਦਾ ਸਰੂਪ ਜਾਣੋ ਕੀ ਆ। ਜਿਹਨੂੰ ਤੁਸੀਂ ਵਾਹਿਗੁਰੂ ਕਹਿ ਰਹੇ ਹੋ, ਅੱਲਾ ਕਹਿ ਰਹੇ ਹੋ, ਰਾਮ ਕਹਿ ਰਹੇ ਹੋ, ਇਹ ਸਾਰੇ ਨਾਮ ਉਸੇ ਇੱਕ ਸਰੂਪ ਦੇ ਆ। ਜਿਵੇਂ ਤੁਹਾਡੇ 2 3 4 ਨਾਮ ਹੋਣ, ਮੇਰੇ ਵੀ 3 4 ਨਾਮ ਹੈ, ਤੁਹਾਡੇ ਵੀ 3 4 ਹੋ ਸਕਦੇ ਆ। ਬਚਪਨ ਦੇ ਹੋਰ ਸੀ, ਵੱਡੇ ਹੋਇਆਂ ਦੇ ਹੋਰ ਹੋ ਗਏ। ਕਿਸੇ ਸੰਸਥਾ ਨੂੰ ਪਤ ਹੋ ਗਏ ਤੇ ਸਾਨੂੰ ਗ੍ਰੰਥੀ ਗਿਆਨੀ ਵੀ ਕਹਿਣ ਲੱਗ ਪਏ, ਇਹ ਵੀ ਇੱਕ ਨਾਮ ਟਿਪ ਗਿਆ ਨਵਾਂ। ਤਾਂ ਉਸ ਦੇ ਬੇਅੰਤ ਨਾਮ ਹੈ ਪਰਮੇਸ਼ਰ ਦੇ, ਉਹਦਾ ਨਾਮ ਅੱਲਾ ਵੀ ਹੈ। ਅੱਲੇ ਦਾ ਅਰਥ ਕੀ ਆ? ਆਪਣੀ ਮਾਲਵੇ ਦੀ ਬੋਲੀ 'ਚ ਬੜਾ ਕੋਮਲ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੋਰਾ। ਸਬਜ਼ੀ ਵਾਲੇ ਨੂੰ ਕਹਿੰਦੇ ਭਾਈ ਕੱਦੂ ਵਿਖਾ ਤਾਂ ਕੋਈ ਅੱਲਾ ਜਾ, ਭਾਵ ਪੱਕਿਆ ਜਾ ਨਾ ਹੋਵੇ, ਕਠੋਰ ਨਾ ਹੋਵੇ, ਸਖਤ ਨਾ ਹੋਵੇ, ਨਰਮ ਹੋਵੇ। ਅਸੀਂ ਨੌ ਵੀ ਖੋ ਕੇ ਭੇਜਦੇ ਹਾਂ, ਖੁੱਬਦਾ ਕਿ ਨਹੀਂ ਖੁੱਬਦਾ? ਗੁਰੂ ਹਰਕ੍ਰਿਸ਼ਨ ਜੀ ਦੀ ਮੰਜੀ ਦੇ ਵਿੱਚ ਸਿੱਖਾਂ ਨੇ ਜੱਜਮੈਂਟ ਕਰਨ ਵਾਸਤੇ ਸੂਈ ਖੁਬੋ ਕੇ ਵੇਖੀ। ਉਹਨਾਂ ਦੇ ਪਾਵੇ ਸੂਈ ਐਂ ਖੁੱਬ ਗਈ ਜਿਵੇਂ ਮੋਮ 'ਚ ਖੁੱਬ ਜਾਂਦੀ ਹੈ, ਜਦੋਂ ਕਿ ਪਾਵੇ ਲੱਕੜ ਦੇ ਸੀ। ਕਹੋ ਸਤਨਾਮ ਸੀ। ਇਹ ਸਾਖੀ ਹੋਰ ਪਾਸੇ ਨਾਲ ਲੈ ਜੇ ਤਾਂ ਅੱਲਾ ਜਾ ਭਾਵ ਬੜਾ ਕੋਮਲ ਹੈ ਪਰਮੇਸ਼ਰ। ਰਾਮ ਜੋ ਸਾਡੇ ਵਿੱਚ ਰਮਿਆ ਹੋਇਆ ਹੈ, ਘਟ ਘਟ ਮੈਂ ਹਰਜੂ ਬਸੈ, ਇਹ ਵੀ ਉਹਦਾ ਇੱਕ ਨਾਮ ਹੈ। ਰਮੇ ਹੋਣ ਕਰਕੇ ਉਹਨੂੰ ਰਾਮ ਵੀ ਕਹਿੰਦੇ ਆ। ਤੇ ਉਹਦਾ ਸਤਿਗੁਰਾਂ ਨਾਮ ਸਾਨੂੰ ਵਾਹਿਗੁਰੂ ਦੱਸਿਆ ਹੈ। ਤੇ ਵਾਹਿਗੁਰੂ ਸ਼ਬਦ ਦੇ ਅਰਥ ਹੈ ਵਾਹ ਹੈ ਗੁਰੂ। ਵਾਹਿਗੁਰੂ ਸ਼ਬਦ ਦੇ ਜਦੋਂ ਅਰਥ ਕਰਾਂਗੇ ਬਹੁਤ ਬਣਨਗੇ। ਖਾਸ ਅਰਥ ਦੱਸਦਾ ਵਾਹ ਹੈ ਗੁਰੂ। ਔਰ ਬਾਬੇ ਨਾਨਕ ਨੇ ਦੱਸਿਆ ਵਾਹਿਗੁਰੂ ਸ਼ਬਦ ਦਾ ਅਰਥ ਪਵਨ ਗੁਰੂ। ਪਵਨ ਤੇ ਵਾਹ ਕੀ ਹੈ? ਹਵਾ ਹੀ ਹੈ। ਕਹੋ ਸਤਨਾਮ ਸ੍ਰੀ। ਤੇ ਸਾਰੀ ਗੁਰਬਾਣੀ ਹਵਾ 'ਚੋਂ ਨਿਕਲੀ ਆ, ਹਵਾ ਪਰਮੇਸ਼ਰ 'ਚੋਂ ਨਿਕਲੀ ਆ। ਇਹ ਸਾਰੇ ਸਬੂਤ ਬਾਣੀ 'ਚ ਹੀ ਪਏ ਨੇ, ਬਾਹਰੋਂ ਜਾਣ ਦੀ ਲੋੜ ਹੀ ਨਹੀਂ ਪੈਣੀ। ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਇਹਦੇ ਵਿੱਚ ਹੀ ਪਏ ਨੇ ਸਾਰੇ ਸ਼ਬਦ। ਅਕਾਲ ਪੁਰਖ ਜਦ ਬੋਲਿਆ ਹਵਾ ਬਣੀ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਪਾਣੀ ਵਰਸਿਆ ਥੱਲੇ ਵਾਪਸ ਆਇਆ। ਕਿਉਂਕਿ ਜਦੋਂ ਹਵਾ ਹੁੰਦੀ ਹੈ ਗਰਮ ਤਾਂ ਇਹ ਹਲਕੀ ਹੋ ਕੇ ਤਾਂ ਚੜ੍ਹ ਜਾਂਦੀ ਆ, ਜੋ ਉੱਤੇ ਜਾ ਕੇ ਸੂਰਜ ਦੀ ਪਹੁੰਚ ਤੋਂ ਪਰੇ ਜਾ ਕੇ ਜਦੋਂ ਟੱਪਦੀ ਆ ਤੇ ਠੰਡੀ ਹੋ ਕੇ ਪਾਣੀ ਬਣ ਜਾਂਦੀ ਆ, ਗੜੇ ਬਰਫ਼ ਵੀ ਬਣ ਜਾਂਦੀ ਆ। ਜਿਵੇਂ ਜਿਵੇਂ ਠੰਡੀ ਹੋਈ ਜਾਂਦੀ ਆ ਹਵਾ ਭਾਰੀ ਹੁੰਦੀ ਜਾਂਦੀ ਆ, ਭਾਰੀ ਹੋ ਕੇ ਗੜੇ ਬਣ ਗਈ ਤੇ ਗੜੇ ਬਣ ਕੇ ਥੱਲੇ ਆ ਗਈ। ਕਹੋ ਸਤਨਾਮ। ਬੂੰਦਾ ਬਣ ਕੇ ਪਾਣੀ ਬਣ ਕੇ ਮੀਂਹ ਪੈ ਗਿਆ। ਇਹ ਹਵਾ ਹੀ ਆ ਸਾਡੀ, ਥੱਲਿਓਂ ਉੱਡੀ ਆ, ਗਰਮ ਹੋ ਕੇ ਦੁਬਾਰੇ ਪਾਣੀ ਬਣ ਕੇ ਆਈ ਆ। ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਹੁਣ ਵਾਹਿਗੁਰੂ ਦੇ ਅਰਥ ਸਮਝ ਆ ਗਏ। ਪਵਨ ਹੈ ਵਸ,
ਇੱਥੇ ਖੜਨਾ। ਕਹੋ ਸਤਨਾਮ ਪਵਨ ਗੁਰੂ। ਜਦ ਪਵਨ ਦੇ ਨਾਲ ਜੁੜੋਗੇ ਨਾ ਤਾਂ ਤੁਸੀਂ ਮਾਨੋ ਗੁਰੂ ਦੇ ਦਰਸ਼ਨ ਕਰ ਰਹੇ ਹੋ। ਭਾਵੇਂ ਕਿ ਉਹਦਾ ਰੰਗ ਰੂਪ ਰੇਖ ਪੇ ਕੋਈ ਨਹੀਂ, ਹਵਾ ਦਾ ਵੀ ਕੋਈ ਰੰਗ ਨਹੀਂ, ਤੁਹਾਡੇ ਸਵਾਸ ਦਾ ਵੀ ਕੋਈ ਰੰਗ ਨਹੀਂ, ਪਰ ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਇਹਦੇ ਵਿੱਚੋਂ 7 ਰੰਗ ਦੇਖ ਸਕਦੇ ਹੋ। ਕਹੋ ਸਤਨਾਮ ਸ੍ਰੀ। ਸਾਰੇ ਰੰਗ ਇਹਦੇ ਵਿੱਚੋਂ ਨਿਕਲੇ ਨੇ। ਸਭੈ ਰੰਗ ਨਰਾਇਣ ਜੇਤੇ ਮਨ ਭਾਵਨ। ਪਰਮੇਸ਼ਰ ਦਾ ਦੂਸਰਾ ਸਰੂਪ ਤੁਹਾਡੀ ਪ੍ਰਾਣ ਹੈ ਤੇ ਪ੍ਰਾਣ ਹਵਾ ਦੇ ਘੋੜੇ ਤੇ ਚੱਲਦਾ। ਕਹੋ ਸਤਨਾਮ ਸ੍ਰੀ। ਤੇ ਮਨ ਜਿਹੜਾ ਪ੍ਰਾਣਾਂ ਦੇ ਘੋੜੇ ਤੇ ਚੜ੍ਹ ਕੇ ਸੁਰਤ ਦੇ ਰਾਹੀਂ ਕਿਧਰੇ ਦੀ ਕਿਧਰੇ ਤੁਰ ਜਾਂਦਾ। ਕਦੇ ਦੁਕਾਨ ਤੇ ਵਗ ਗਿਆ, ਕਦੇ ਦਿੱਲੀ ਵਗ ਗਿਆ, ਕਦੇ ਸੌਦਾ ਲੈਣ ਵਗ ਗਿਆ ਵਪਾਰ ਦਾ। ਇੱਥੇ ਘੱਟ ਹੀ ਬਹਿੰਦਾ, ਇਹਨੂੰ ਬੈਠਣ ਦਾ ਜੀ ਨਹੀਂ ਲੱਗਦਾ ਕਿਉਂਕਿ ਇੱਥੇ ਰਸ ਨਹੀਂ ਆਇਆ। ਪਰ ਜਿਹੜੇ ਰਸ ਵਿੱਚ ਰੰਗੇ ਗਏ ਸੱਚ ਰਹੱਸੇ, ਜਿਨ੍ਹਾਂ ਨੂੰ ਇਹਦਾ ਰਸ ਆ ਗਿਆ ਉਹ ਕਿਤੇ ਜਾਂਦੇ ਨਹੀਂ, ਉਹ ਬਹਿ ਗਏ ਤਾਂ ਬਹਿ ਗਏ ਬਸ। ਜੇ ਸਰੀਰ ਬਿਠਾ ਲਿਆ ਤਾਂ ਖੁਦ ਵੀ ਬੈਠ ਗਏ। ਉਹ ਨਾ ਹੋਵੇ ਨਵਾਜ਼ ਕਰਦੇ ਜਿਵੇਂ ਕਾਜੀ ਕਿਧਰੇ ਚਲਿਆ ਗਿਆ, ਦੌਲਤ ਖਾਂ ਕਿਧਰੇ ਚਲਿਆ ਗਿਆ, ਬਾਬਾ ਜੀ ਉੱਥੇ ਖੜੇ ਰਹਿ ਗਏ। ਕਹੋ ਸਤਨਾਮ ਸ੍ਰੀ। ਇੱਥੇ ਬਹਿ ਗਏ ਤਾਂ ਇੱਥੇ ਬਹਿ ਗਏ, ਫਿਰ ਨਹੀਂ ਜਾਣਾਗਾ। ਜਦੋਂ ਜਾਣਾ ਸਮਾਪਤੀ ਤੋਂ ਬਾਅਦ ਫਿਰ ਸਰੀਰ ਲੈ ਕੇ ਜਾਓ, ਇਕੱਲੇ ਨਾ ਜਾਓ। ਕਹੋ ਸਤਨਾਮ ਸ੍ਰੀ। ਸਰੀਰ ਸਮੇਤ ਜਾਓ। ਤੁਸੀਂ ਸਰੀਰ ਇੱਥੇ ਛੱਡ ਕੇ ਚਲੇ ਜਾਂਦੇ ਹੋ ਤੇ ਜਿੱਥੇ ਜਾਂਦੇ ਹੋ ਨਾ ਤਾਂ ਉਹ ਕੰਮ ਹੁੰਦਾ ਬਿਨਾਂ ਸਰੀਰ ਤੋਂ। ਉੱਥੇ ਹੱਥਾਂ ਦੀ ਲੋੜ ਹੈ, ਹੱਥ ਨਾਲ ਨਹੀਂ ਜਾਂਦੇ, ਸੂਖਮ ਜਾਂਦਾ ਤੇ ਸੂਖਮ ਹੱਥ ਕੋਈ ਚੱਕ ਨਹੀਂ ਸਕਦਾ। ਪਾਵਰ ਬਹੁਤ ਆ ਉਹਦੇ ਵਿੱਚ। ਆਤਮਾ ਦੇ ਕੋਲੇ ਚੱਕਣ ਦੇ ਵਾਸਤੇ ਹੱਥ ਨਹੀਂ ਹੈਗੇ, ਪਾਵਰ ਬਹੁਤ ਹੈ। ਜਿਵੇਂ ਗੁਪਤ ਰੂਹਾਂ ਵਿੱਚ ਜਿਵੇਂ ਜੇ ਆਪਣਾ ਇੱਥੋਂ ਵਾਲਾ ਬਠਿੰਡੇ ਕਿਲੇ ਵਾਲਾ ਦਿਓ ਸੀਗਾ, ਉਹ 'ਚ ਤਾਕਤ ਬਹੁਤ ਸੀ, ਪਰ ਉਹ ਹਵਾ ਹਨੇਰੀ ਝੱਖੜ ਦੇ ਨਾਲ ਹੀ ਲੋਕਾਂ ਦੀਆਂ ਬਿਲਡਿੰਗਾਂ ਢਾਹ ਦਿੰਦਾ ਸੀ। ਕਹੋ ਸਤਨਾਮ ਸ੍ਰੀ। ਪਰ ਹੱਥ ਨਹੀਂ ਸੀ ਉਹਦੇ ਕੋਲ। ਆਤਮਾ ਕੋਲੇ ਹੱਥ ਨਹੀਂ ਹੈ। ਹੁਣ ਹੱਥਾਂ ਵਾਲਾ ਸਰੀਰ ਤਾਂ ਇੱਥੇ ਛੱਡਤਾ, ਤੁਸੀਂ ਬਾਗੇ ਘਰੇ, ਸੁਰਤ ਘਰੇ ਫਿਰਦੀ ਹੈ, ਸਰੀਰ ਇੱਥੇ ਬੈਠਾ ਹੈ। ਦੋਹੋਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਦੋਨੇ ਇਕੱਠੇ ਹੋਣਗੇ ਤਾਂ ਹੀ ਕੰਮ ਕਰੋਗੇ। ਇੱਥੇ ਸੁਰਤ ਹੋਣੀ ਚਾਹੀਦੀ ਹੈ ਸਰੀਰ ਨਾਲ। ਜੇ ਘਰੇ ਜਾਣਾ ਸੁਰਤ ਲੈ ਕੇ ਫਿਰ ਸਰੀਰ ਵੀ ਲੈ ਜਾਓ, ਫਿਰ ਤੁਹਾਡਾ ਇੱਥੇ ਕੋਈ ਫਾਇਦਾ ਹੀ ਨਹੀਂ ਹੋਣਾ। ਕਹੋ ਸਤਨਾਮ। ਦੋਨੇ ਇੱਥੇ ਹੋਣੇ ਚਾਹੀਦੇ ਆ। ਦੋਹੋਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਆਤਮਾ ਨੂੰ ਸਰੀਰ ਵੀ ਨਾਲ ਚਾਹੀਦਾ, ਸਰੀਰ ਨੂੰ ਆਤਮਾ ਇੱਥੇ ਚਾਹੀਦੀ ਆ, ਫੇਰ ਹੀ ਗੱਲ ਬਣਨੀ ਆ। ਜਿੱਥੇ ਬੈਠੇ ਹੋ ਉੱਥੇ ਹੀ ਹੋਣੇ ਚਾਹੀਦੇ ਆ। ਵਰਤਮਾਨ ਨੂੰ ਸੰਭਾਲਣੇ ਆਪਾਂ, ਜਿਹੜਾ ਬੀਤ ਗਿਆ ਉਹਦਾ ਖਿਆਲ ਛੱਡੋ, ਆਉਣ ਵਾਲੇ ਦਾ ਵੀ ਛੱਡੋ। ਜਿੱਥੇ ਬੈਠੇ ਹੋ ਉਸ ਨੂੰ ਸੰਭਾਲੀਏ। ਕਹੋ ਸਤਨਾਮ ਸ੍ਰੀ। ਸਾਧ ਮਿਲੇ ਪੂਰਬ ਸੰਜੋਗ। ਭਾਈ ਦਾਸਾ ਪੁੱਛਦਾ ਭੱਟ ਬਾਬੇ ਨਾਨਕ ਨੂੰ, ਜੀ ਕਿਵੇਂ ਮਿਲੀਏ? ਨਾਮ ਦੇ ਨਾਲ ਮਿਲੋ। ਆ ਗਵਾਲਿਆਂ ਵਾਲਾ ਸੁਭਾਅ ਬਣਾ ਲਓ, ਸੰਸਾਰ ਦੇ ਸਮਾਨ ਨਾਲ ਜੁੜੋ ਨਾ। ਤੁਰ ਪਏ ਤੇ ਤੁਰ ਜੋ, ਕਿਸੇ ਧਰਤੀ ਤੇ ਕਬਜ਼ਾ ਨਹੀਂ। ਬਸ ਗਊਆਂ ਲਈ ਜਾਂਦੇ ਆ, ਦੁੱਧ ਘਿਓ ਵੇਚਦੇ ਜਾਂਦੇ ਆ, ਤੁਰੇ ਜਾਂਦੇ ਆ। ਮਾਰੇ ਕਿਵੇਂ ਸਮਝ ਆਵੇ? ਕਹਿੰਦੇ ਗੁਰਮਿਲ, ਗੁਰੂ ਵਾਲਾ ਬਣ, ਗੁਰੂ ਨੂੰ ਪੁੱਛ। ਗੁਰਮਿਲ ਖੋਲੇ ਬਜਰ ਕਪਾਟ। ਉਹ ਤੇਰੇ ਦਿਮਾਗ ਨੂੰ ਲੱਗੇ ਜਿਹੜੇ ਭਾਰੀ ਗੇਟ ਹੈ ਨਾ, ਅਗਿਆਨਤਾ ਦੇ, ਭਰਮ ਭੁਲੇਖਿਆਂ ਦੇ, ਆਸ਼ਾ ਤ੍ਰਿਸ਼ਨਾ ਦੇ, ਦੂਈ ਦਵੈਤ ਦੇ, ਈਰਖਾ ਦੇ, ਚੁਗਲੀ ਦੇ, ਨਿੰਦਿਆ ਦੇ, ਸਾੜੇ ਦੇ। ਜਿਵੇਂ ਲੈਂਟਰ ਬਣਾਇਆ, ਉੱਤੇ ਆਪਾਂ ਪਾਇਆ ਲੈਂਟਰ, ਉਹਦੇ ਵਿੱਚ ਬਜਰੀ ਪਾਈ, ਸੀਮੈਂਟ ਪਾਇਆ, ਹੋਰ ਬਹੁਤ ਕੁਝ ਪਾਇਆ ਸਖਤ ਕਰਨ ਵਾਸਤੇ। ਇਸੇ ਤਰ੍ਹਾਂ ਇਹ ਖੋਪੜੀ ਦੇ ਅੰਦਰ ਬੜੇ ਸਖਤ ਗੇਟ ਲੱਗਦੇ ਇਹਨਾਂ ਵਿਕਾਰਾਂ ਦੇ। ਇਹਨਾਂ ਵਿਕਾਰਾਂ ਨੂੰ ਗੁਰੂ ਹੀ ਪਾਸੇ ਕਰਦਾ ਹੈ। ਕਹੋ ਸਤਨਾਮ। ਇਹਨਾਂ ਗੁਰਮਿਲ ਖੋਲੇ ਬਜਰ ਕਪਾਟ। ਜਦੋਂ ਇਹ ਬਜਰ ਖੋਲੇ ਤੇ ਕਿਹਨੇ ਖੋਲੇ? ਗੁਰੂ ਨੇ। ਸਾਧ ਮਿਲੇ ਪੂਰਬ ਸੰਜੋਗ। ਕੋਈ ਰੱਬ ਦਾ ਪਿਆਰਾ ਰਸਿਆ ਹੋਇਆ ਮਿਲ ਗਿਆ, ਜਿਹੜਾ ਉਹਦੇ ਨਾਲ ਇੱਕ ਮਿਕਸੀ। ਜਿੰਨਾ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹ ਮਿਲ ਗਿਆ। ਕਿੱਥੋਂ ਲੱਭਿਆ ਜੀ? ਲੱਭਣਾ ਕਿੱਥੋਂ ਸੀਗਾ? ਕੋਈ ਪੂਰਬਲਾ ਕਰਮ ਹੀ ਜਾਗਿਆ, ਉਹਨੇ ਮਿਲਾਤਾ। ਕਹੋ ਸਤਨਾਮ ਸ੍ਰੀ। ਕਰਮ ਹੀ ਮਿਲਾਉਂਦਾ ਹੈ, ਕਰਮ ਹੀ ਤੁਹਾਨੂੰ ਇੱਥੇ ਲਿਆਇਆ। ਮਾੜੇ ਕਰਮ ਹੀ ਵੱਡੇ ਵੱਡੇ ਸਾਧਾਂ ਨੂੰ ਜੇਲ੍ਹਾਂ 'ਚ ਲਈ ਬੈਠੇ ਆ। ਕਹੋ ਸਤਨਾਮ। ਕਰਮ ਹੀ ਹੈ ਨਾ ਉਹ ਵੀ ਉਹਨਾਂ ਦੇ। ਐਵੇਂ ਤਾਂ ਕੋਈ ਕਿਸੇ ਦੀ ਬਾਂਹ ਨਹੀਂ ਫੜ ਸਕਦਾਗਾ, ਪਰ ਕਰਮ ਜਿਹੜਾ ਉਹ ਆਪਣਾ ਫਲ ਦਿੱਤੇ ਬਿਨਾਂ ਪਿੱਛੇ ਨਹੀਂ ਹਟਦਾ। ਕਹੋ ਸਤਨਾਮ। ਚੰਗਾ ਕਰੋ ਜਾਂ ਮਾੜਾ ਕਰੋ, ਇਹ ਤੁਹਾਡੇ ਤੇ ਡਿਪੈਂਡ ਹੈ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਪ੍ਰੀਤਮ ਜੀ ਕਹਿੰਦੇ ਸਾਧ ਮਿਲੇ ਪੂਰਬ ਸੰਜੋਗ। ਤੇ ਜਿਹੜੇ ਮਿਲ ਗਏ ਉਹ ਕਿਹੋ ਜਿਹੇ ਹੋ ਗਏ?
सच रहस्य। इस रहस ਨੂੰ ਜਾਣ ਕੇ ਸੱਚ ਵਿੱਚ ਇੱਕਮਿਕ ਹੋ ਗਏ। ਘਿਓ ਖਿਚੜੀ ਹੋ ਗਏ, ਘਿਓ ਖੰਡ ਹੋ ਗਏ। ਕਹੋ ਸਤਨਾਮ ਸ੍ਰੀ। ਘਿਓ ਸ਼ੱਕਰ ਜਿਵੇਂ ਇੱਕਮਿਕ ਹੋ ਗਏ, ਜਿਵੇਂ ਪਾਣੀ ਲਾਤਾ ਧਰਤੀ ਵਿੱਚ, ਪਾਣੀ ਤੇ ਮਿੱਟੀ ਇੱਕਮਿਕ ਹੋ ਗਏ। ਰਹੱਸ ਉਹਨਾਂ ਨੂੰ ਸਮਝ ਆ ਗਿਆ। ਸੱਚ ਰਹੱਸੇ ਪੂਰੇ ਹਰ ਲੋਗ, ਤੇ ਉਹ ਪੂਰੇ ਨਾਲ ਮਿਲ ਕੇ ਪੂਰੇ ਹੋ ਗਏ। ਪੂਰਾ ਹਰੀ ਹੈ ਉਹ ਲੋਕ, ਭਾਵ ਉਹ ਗੁਰਮੁਖ ਜਨ, ਰੱਬ ਦੇ ਪਿਆਰੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਭਾਵੇਂ ਕੁਝ ਸਮੇਂ ਲਈ ਸਾਨੂੰ ਮਨੁੱਖ ਜਾਮੇ 'ਚ ਦਿਸਦੇ ਆ, ਪਰ ਨਹੀਂ, ਹੁਣ ਇਸ ਦਾ ਖਿਆਲ ਛੱਡੋ, ਇਹ ਹਰੀ ਦੇ ਰੂਪ ਹੋ ਚੁੱਕੇ ਆ। ਕਹੋ ਸਤਨਾਮ ਸ੍ਰੀ। ਜਾਤ ਨਾ ਪੁੱਛੋ ਸਾਧ ਕੀ, ਲੀਜੈ ਭੇਦ ਬਤਾਏ। ਹੁਣ ਬੁੱਲਾ ਸੱਜ ਦਾ ਉੱਚੀ ਕੌਮ ਦਾ ਬੰਦਾ ਹੈ, ਤੇ ਉਹਦਾ ਗੁਰੂ ਰਾਈ ਆ ਜਮਾਂ ਨੀਵੀਂ ਕੌਮ ਦਾ ਬੰਦਾ ਹੈ। ਤੇ ਦੁਨੀਆ ਕਹਿੰਦੇ ਉਹ ਜਾ ਓਏ, ਤੂੰ ਇੰਨੀ ਉੱਚੀ ਜਾਤ ਦਾ ਹੋ ਕੇ ਤੂੰ ਹੈ ਨੀਵੀਂ ਜਾਤ ਵਾਲੇ ਨੂੰ ਗੁਰੂ ਬਣਾ ਕੇ ਬਹਿ ਗਿਆ। ਬੁੱਲਾ ਕਹਿੰਦਾ, ਬੁੱਲਾ ਰਾਈ ਮੈਂ ਵੀ ਰਾਈ, ਮੇਰਾ ਗੁਰੂ ਵੀ ਰਾਈ ਮੈਂ ਵੀ ਰਾਈ। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਖਾਲਸਾ ਤੇ ਮੈਂ ਹੁਣ ਖਾਲਸੇ ਹੋ ਗਏ। ਸਾਜਦ ਕਹਿੰਦਾ ਮੇਰਾ ਗੁਰੂ ਘੱਟ ਨਹੀਂ ਹੈ, ਜੇ ਉਹ ਰਾਈ ਆ ਤਾਂ ਮੈਨੂੰ ਰਾਈ ਸਮਝੋ, ਮੈਂ ਸੱਜ ਦੀ ਕੌਮ ਨੂੰ ਪਰੇ ਕਰਦਾ। ਕਹੋ ਸਤਨਾਮ ਸ੍ਰੀ। ਮੈਂ ਜਾਤਾਂ ਪਾਤਾਂ ਤੋਂ ਪਰੇ ਨਿਕਲ ਗਿਆ, ਮੈਂ ਰਾਈ ਆ, ਮੇਰਾ ਗੁਰੂ ਵੀ ਰਾਈ ਆ। ਤੇ ਜਿਹੜਾ ਆਖੇ ਮੈਨੂੰ ਰਾਈ, ਉਸੇ ਨੂੰ ਰੱਬ ਪਾਈ। ਕਹੋ ਸਤਨਾਮ ਸ੍ਰੀ। ਭਾਵ ਤੁਸੀਂ ਜਾਤ ਪਾਤ ਨਾ ਪੁੱਛੋ, ਰੱਬ ਦੇ ਪਿਆਰੇ ਦੀ ਜਾਤ ਨਾ ਪੁੱਛੈ ਸਾਧ ਕੀ, ਲੀਜਾ ਭੇਦ ਬਤਾਏ। ਉਹ ਤੋਂ ਰੱਬ ਦਾ ਭੇਦ ਪੁੱਛੀਏ। ਤੇ ਬੁੱਲੇ ਨੂੰ ਰਾਈ ਕੋਲੋਂ ਲੱਭਿਆ, ਤੇ ਉਹ ਰਾਈ ਨੂੰ ਵੀ ਆਪਣਾ ਉਹ ਗੁਰੂ ਬਣਾ ਕੇ ਫਿਰ ਦੁਨੀਆ ਵਿੱਚ ਪ੍ਰਗਟ ਕਰਦਾ ਵੀ ਹਾਂ ਵਾਕਿਆ ਹੀ। ਰਾਜੇ ਭਗਤ ਰਵਿਦਾਸ ਜੀ ਹੋਏ। ਭਗਤ ਰਵਿਦਾਸ ਜੀ ਕੋਲ ਬਹੁਤ ਸਾਰੇ ਰਾਜੇ, ਉਹਨਾਂ ਦੇ ਸੇਵਕ ਬਣੇ। ਰਾਣੀ ਮੀਰਾ ਬਾਈ ਵੀ ਬਣੀ। ਤੇ ਜਦੋਂ ਗੁਰੂ ਪਿਆਰੋ ਭਗਤ ਰਵਿਦਾਸ ਜੀ ਦੀ ਚੜ੍ਹਤ ਹੋਣ ਲੱਗੀ ਨਾ, ਤਰੱਕੀ ਲੋਕਾਂ ਨੂੰ ਰੜਕਦੀ ਹੈ ਕਈ ਵਾਰੀ। ਭਾਰਤ ਵਿੱਚ ਐਸੇ ਲੋਕ ਹੈ ਜਿਹੜੇ ਕਿਸੇ ਦੀ ਤਰੱਕੀ ਨੂੰ ਵੇਖ ਕੇ ਸੜਦੇ ਆ, ਆਪ ਤਰੱਕੀ ਕਰਨੀ ਨਹੀਂ, ਉਹਦੀਆਂ ਲੱਤਾਂ ਖਿੱਚਦੇ ਆ। ਕਹੋ ਸਤਨਾਮ ਸ੍ਰੀ। ਵੀ ਇਹ ਤਰੱਕੀ ਕਰ ਗਿਆ ਤਾਂ ਅਸੀਂ ਛੋਟੇ ਹੋ ਜਾਵਾਂਗੇ। ਆਪਦੀ ਲਖੀਰ ਨਹੀਂ ਵੱਡੀ ਕਰਨੀ, ਦੂਜੇ ਦੀ ਢਾਉਣ ਨੂੰ ਫਿਰਦੇ ਆ। ਕਹੋ ਸਤਨਾਮ ਸ੍ਰੀ। ਰਵਿਦਾਸ ਜੀ ਦੀ ਲਖੀਰ ਵੱਡੀ ਹੋਣ ਲੱਗੀ, ਬ੍ਰਾਹਮਣਾਂ ਨੂੰ ਗੁੱਸਾ ਆ ਗਿਆ, ਤੇ ਬ੍ਰਾਹਮਣਾਂ ਨੇ ਰਾਣੀ ਮੀਰਾ ਬਾਈ ਦੇ ਘਰ ਵਾਲੇ ਨੂੰ, ਜੋ ਕਿ ਦੁਆਰਾ ਦਿਓਰ ਦੇ ਲੜ ਲਾਈ ਸੀ, ਪਹਿਲਾਂ ਉਹਦਾ ਪਤੀ ਮਰ ਗਿਆ ਸੀਗਾ, ਰਾਣੀ ਨੂੰ ਜਾ ਕੇ ਭੜਕਾਤਾ। ਕਹਿੰਦਾ ਤੇਰੀ ਰਾਣੀ ਰਵਿਦਾਸੀਆਂ ਦੀ ਸੰਗਤ ਕਰਦੀ ਫਿਰਦੀ ਆ, ਚਮਿਆਰਾਂ ਮਗਰ ਤੁਰੀ ਫਿਰਦੀ ਆ। ਕਹੋ ਸਤਨਾਮ ਸ੍ਰੀ। ਉਹ ਰਾਜਾ ਭੜਕ ਗਿਆ। ਉਹਨੇ ਰਾਣੀ ਮੀਰਾ ਬਾਈ ਨੂੰ ਮਾਰਨ ਵਾਸਤੇ 3 ਹਮਲੇ ਕੀਤੇ। ਅਖੀਰ ਰਾਣੀ ਮੀਰਾ ਬਾਈ ਸਰੀਰ ਤੇ ਆ ਗਈ। ਕਹੋ ਸਤਨਾਮ ਸ੍ਰੀ। ਦੁਨੀਆ ਮਗਰੀ ਪੈ ਗਈ। ਜਿੱਥੋਂ ਸੱਚ ਲੱਭੇ ਲੱਭੋ, ਸਾਧ ਮਿਲਿਆ ਪੂਰਬ ਸੰਯੋਗ। ਪਰ ਉਹ ਸੱਚ ਨੂੰ ਲੱਭਣ ਲਈ ਕਿਧਰੇ ਜਾਣ ਦੀ ਲੋੜ ਨਹੀਂ, ਗੁਰਬਾਣੀ ਨੂੰ ਵਿਚਾਰ ਲਓ। ਸੁਣਿਆ ਮੰਨਿਆ ਮਨ ਕੀਤਾ ਪਾਓ। ਇਹਦੇ ਵਿੱਚ 36 ਸਾਧੂ ਬੈਠੇ ਆ, 15 ਭਗਤ, 11 ਭੱਟ, 4 ਗੁਰਮੁਖ, 6 ਸਤਿਗੁਰਾਂ ਦੀ ਬਾਣੀ। ਆਹ ਖਜ਼ਾਨਾ ਸਾਡੇ ਕੋਲ ਥੋੜਾ ਕਿਤੇ। ਭਾਈ ਨੰਦ ਲਾਲ ਗੋਇਆ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸ਼ਾਮ ਦਾ ਇਤਿਹਾਸ ਸਾਡੇ ਕੋਲੇ ਕਿੰਨਾ ਪਿਆ। ਰੱਬ ਨੂੰ ਲੱਭਣਾ ਅੱਜ ਬਹੁਤ ਸੌਖਾ ਹੈ, ਪਰ ਜੇ ਕੋਈ ਇਸ ਰਸਤੇ ਚੱਲੇ। ਕੋਈ ਸਮਾਂ ਸੀਗਾ ਰੱਬ ਦੇ ਪਿਆਰੇ ਲੱਭਦੇ ਨਹੀਂ ਸੀਗੇ ਭਾਲੇ। ਕਹੋ ਸਤਨਾਮ ਸੀ। ਮਸਾਂ ਮਿਲਦੇ ਸੀ ਲੋਕ, ਤਾਈਏ ਤੀਰਥਾਂ ਦੇ ਜਾਂਦੇ ਸੀਗੇ ਮਿਲਣ ਵਾਸਤੇ। ਖੈਰ ਆਪਾਂ ਸਮਾਪਤੀ ਵੱਲ ਹੋਈਏ। ਸੱਚ ਰਹੱਸੇ ਪੂਰੇ ਹਰ ਲੋਗ, ਤਨ ਮਨ ਦੇ ਲੈ ਸਹਿਜ ਸੁਭਾਏ। ਆਓ ਉਹਨਾਂ ਪੂਰਿਆਂ ਦੀ ਸੰਗਤ ਕਰੀਏ। ਰੋਜ਼ ਤਾਂ ਅਰਦਾਸ ਕਰਦੇ ਹੋ, ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਜਿੱਦੇ ਮਿਲ ਜਾਣ ਤਾਂ ਫਿਰ ਮਿਲਣਾ ਨਹੀਂ ਉਹਨਾਂ ਨੂੰ। ਗੁਰਮੁਖ ਇਹੋ ਜਿਹੇ ਲੱਭ ਵੀ ਜਾਂਦੇ ਆ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ, ਰਹੱਸ ਨੂੰ, ਗੁੱਝੇ ਭੇਦ ਨੂੰ ਜਾਣਿਆ। ਰਾਮ ਰਾਜ ਕਿੱਥੇ ਆ ਗਿਆ ਹੁਣ? ਪਰਮੇਸ਼ਰ ਦਾ ਗੁੱਝਾ ਭੇਦ, ਗੁੱਝਾ ਰਾਜ ਰਾਮ ਰਾਜ ਰਾਮਦਾਸਪੁਰ, ਗੁਰੂ ਰਾਮਦਾਸ ਜੀ ਕੋਲ ਆ ਗਿਆ। ਕਹੋ ਸਤਨਾਮ। ਭੱਟ ਕਹਿੰਦੇ ਰਾਮ ਰਾਜ ਰਾਮਦਾਸਪੁਰ ਕੀਨੋ ਗੁਰਦੇਵ, ਗੁਰਬਾਣੀ ਦਾ ਸ਼ਬਦ ਹੈ। ਭੱਟਾਂ ਨੇ ਵੀ ਰਾਮਦਾਸ ਪਾਤਸ਼ਾਹ ਦੀ ਸਵਈਆਂ ਵਿੱਚ ਬੜੀ ਸਿਫਤ ਕੀਤੀ ਹੈ ਕਿ ਜਿਹੜਾ ਪਰਮੇਸ਼ਰ ਦਾ ਗੁੱਝਾ ਭੇਦ ਹੈ ਉਹ ਗੁਰੂ ਰਾਮਦਾਸ ਜੀ ਨੇ, ਸਤਿਗੁਰੂ ਅਰਜਨ ਜੀ ਦੇਵ ਮਹਾਰਾਜ ਜੀ ਨੇ ਜਾਣਿਆ। ਬਚਪਨ ਦੇ ਵਿੱਚ ਹੀ ਗੁਰੂ ਨੇ ਤੁਸੀਂ ਤਾਂ ਜੀ ਬਚਪਨ ਦੇ ਵਿੱਚ ਹੀ ਰੱਬ ਨੂੰ ਜਾਣ ਲਿਆ, ਕਮਾਲ ਦੀ ਗੱਲ ਹੋ ਗਈ। ਕਹੋ ਸਤਨਾਮ ਸੀ। ਕਥਾ ਵਿਚਾਰ
गुरबाणी इतिहास बड़ा विशाल है, साडा तो समा ही मुक जाता, की करिए। को सतनाम समय के मुताबिक रोकना पैंदा, नहीं तो यह बड़ा ही विशाल है। पातशाह कहने आओ उन्होंने रब के प्यारिਆਂ ਦੀ गुरु के प्यारे संगत करिए। मन तन दे लै सहज सुभाए, उन्होंने नाल तन मन करके धन करके गल करो, मन तन करके गल करो। तन इत्थे बैठा तो मन भी रखो, जे मन वग गया तन भी लै जाओ, फिर जाओ, क्यों तुसीं इत्थे है ही नहीं, फिर मैं तुहाडा करना की आ। को सतनाम सी, जे इत्थे तन बैठा तो मन भी रखो। मन तन दे लै सहज सुभाए, लैन देन करो रब दे प्यारिਆਂ नाल। सुनिया मनिया मन कीता भावे लैन देन, अपना विचारां दा लैन देन हो रहा। कोई सतनाम मन तन दे लै सहज सुभाए, नानक तिनकै लागों पाए। ये नानक भी उन्हां दे पैरी लगदा है, चरनी लगदा है, उन्हां दी संगत चाहुंदा है। तुसीं भी चाहो, मैं भी चाहुंदा, गुरु नानक भी चाहुंदा। कोई सतनाम। अगला शब्द गौड़ी महला पहला। काम क्रोध माया मैं चीत, झूठ विकार जागे हित चीत। दासा कहता, वो दासा भट्ट जिहड़ा पुछ रहा सवाल बाबा जी नूं, वो कहना जी सारे क्यों नहीं जपदे, एडी वड्डी गल है जे। कहने दसिया ये भी भागां दी गल है, मैं की दसां तैनूं। काम क्रोध झूठ विकार जागे हित चीत, पापी पूंजी पाप लोभ की कीत। ये तो हिरदे विच आही कुछ भरी फिरदे, कित्थों जपणगे। ये तो किसी बिरलियां दे हिस्से विच आउंदा ते ओह जपदे आ। किसी एक दे हथ आउंदा ते उस दे हथों हज़ारां ही बख्शे जांदे आ, वरसाए जांदे आ। एक साथ आया हर एक साथ आया, वरसाने बहुत तेरे बाणी की पंक्ति है। खैर ये शब्द ही विचार आप कल नूं सरवण करांगे। हुण इत्थे रोकण की आग्या बख्शो। समा समाप्ति ते है। बुलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू वाहिगुरू। राम कली महला तीजा। आनंद एक ओंकार सतगुर प्रसाद। आनंद पया मेरी माए, सतगुरु मैं पाया। सतगुर ता राग रतन परवा, सबदो तंगावो हरि केरा। कह नानक आनंद हुआ, ए मन मेरा तू सदा रहो। हर नाल